ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਸਤਿਗੁਰੂ ਜਾਹਰਾ ਜਹੂਰ ਅਤੇ ਹਾਜ਼ਰਾ ਹਜੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਸਤਿਗੁਰੂ ਜੀ ਦੇ ਇਹ ਪਿਆਰ ਭਿੰਨੇ ਬਚਨ, ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ, ਸੱਚੇ ਛੇਤੀ ਰਤਿਆਂ ਮਿਲੇ ਨਿਥਾਵਾਂ ਥਾਉ, ਅੰਚਲ ਗਹਿ ਕੇ ਸਾਧ ਕਾ ਤਰਨਾ ਇਹ ਸੰਸਾਰ, ਪਾਰ ਬ੍ਰਹਮ ਆਰਾਧੀਏ ਉਧਰੇ ਸਭ ਪਰਿਵਾਰ। ਗੁਰੂਦੇਵ ਜੀ ਕਹਿੰਦੇ ਕਿ ਭਾਈ ਜੇ ਸੰਸਾਰ ਸਮੁੰਦਰ 'ਚ ਸਾਡਾ ਨਿਵਾਸ ਹੈ ਨਾ, ਜੇ ਇਹਦੀਆਂ ਘੁੰਮਣ ਘੇਰੀਆਂ ਤੋਂ ਪਾਰ ਉਤਰਨਾ ਹੈ, ਆਪਾਂ ਇਹਨੂੰ ਸਿੱਧੇ ਲਫ਼ਜ਼ਾਂ 'ਚ ਕਹੀ ਜੇ ਚਿੰਤਾਵਾਂ ਤੋਂ ਬਚਣਾ ਹੈ, ਦੁੱਖਾਂ ਤੋਂ ਬਚਣਾ ਹੈ, ਫਿਰ ਵਿਕਾਰਾਂ ਤੋਂ ਬਚਣਾ ਹੈ, ਬੁਰਾਈਆਂ ਤੋਂ ਬਚਣਾ ਹੈ। ਜਿਵੇਂ ਸਮੁੰਦਰ ਵਿੱਚ ਘੁੰਮਣ ਘੇਰੀਆਂ ਹੁੰਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਝੱਖੜ ਝੁੱਲਦੇ ਨੇ, ਇਹ ਸਾਡੀ ਜ਼ਿੰਦਗੀ 'ਚ ਵੀ ਵਿਕਾਰਾਂ ਦੀਆਂ ਔਗਣ ਦੀਆਂ ਲਹਿਰਾਂ ਨੇ, ਘੁੰਮਣ ਘੇਰੀਆਂ ਨੇ, ਬੜੇ ਮਾਇਆ ਦੇ ਝੱਖੜ ਝੁੱਲ ਰਹੇ ਨੇ। ਅਸੀਂ ਜੀਵ ਇਕੱਲੇ ਕਮਜ਼ੋਰ ਹਾਂ, ਇਸ ਮਾਇਆ ਦੇ ਮੁਕਾਬਲੇ ਤੇ ਇਹਦਾ ਮੁਕਾਬਲਾ ਨਹੀਂ ਕਰ ਸਕਦੇ। ਸਤਿਗੁਰੂ ਜੀ ਕਹਿੰਦੇ ਜੇ ਇਸ ਝੱਖੜਾਂ 'ਚੋਂ ਬਾਹਰ ਨਿਕਲਣਾ ਚਾਹੁੰਦੇ ਹੋ, ਫਿਰ ਅੰਚਲ ਗਹਿ ਕੇ ਸਾਧਕਾ, ਗੁਰੂ ਦਾ ਪੱਲਾ ਪਕੜ ਲਓ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਓ, ਗੁਰੂ ਦੇ ਮਾਰਗ ਤੇ ਚੱਲੋ। ਗੁਰੂ ਦੇ ਮਾਰਗ ਤੇ ਚੱਲਾਂਗੇ ਸਾਰੇ ਪਰਿਵਾਰ ਦਾ ਉਧਾਰ ਹੋਵੇਗਾ। ਗੁਰੂ ਦਾ ਮਾਰਗ ਹੈ ਕਿ ਮੀਠੇ ਹਰ ਗੁਣ ਗਾਓ ਜਿੰਦੂ ਤੋਂ ਮੀਠੇ ਹਰ ਗੁਣ ਗਾਓ, ਸਦਾ ਪ੍ਰਮਾਤਮਾ ਦੇ ਗੁਣ ਗਾਓ ਜੋ ਬੜੇ ਮਿੱਠੇ ਨੇ। ਜੇ ਪ੍ਰਮਾਤਮਾ ਦੇ ਗੁਣ ਗਾਉਂਦੇ ਹਾਂ, ਅਸੀਂ ਉਸ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਗਏ, ਸਾਡਾ ਮਨ ਉਸ ਪ੍ਰਮਾਤਮਾ ਦੇ ਮਨ ਵਿੱਚ ਪਤੀਜ ਗਿਆ। ਆਹ ਸਾਡਾ ਮਨ ਜਿਹੜਾ ਨਿਥਾਵਾਂ ਜਿਹਾ ਭੱਜਾ ਫਿਰਦਾ ਹੈ ਨਾ, ਕਦੀ ਇੱਧਰ ਦੌੜਾ ਭੱਜਾ ਫਿਰਦਾ ਹੈ, ਇਹ ਫਿਰ ਟਿਕ ਜਾਏਗਾ। ਅਸੀਂ ਕਹਿੰਦੇ ਮਨ ਟਿਕਦਾ ਨਹੀਂ ਹੈ, ਮਨ ਨੂੰ ਕਿਵੇਂ ਟਿਕਾਇਆ ਜਾਏ? ਕਈ ਜੁਗਤੀਆਂ ਦੱਸਦੇ ਨੇ, ਕਈ ਪੁੱਛਦੇ ਵੀ ਨੇ ਕਿ ਮਨ ਨੂੰ ਟਿਕਾਉਣ ਦੀ ਜੁਗਤੀ ਕੀ ਹੈ। ਸਤਿਗੁਰੂ ਜੀ ਕਹਿੰਦੇ ਕਿ ਮਨ ਨੂੰ ਟਿਕਾਉਣ ਦੀ ਸਭ ਤੋਂ ਵਧੀਆ ਜੁਗਤ ਇਹ ਹੈ ਕਿ ਸਾਡਾ ਮਨ ਗੁਰਬਾਣੀ ਨੂੰ ਪਿਆਰ ਕਰਨ ਲੱਗ ਪਏ, ਗੁਰਬਾਣੀ ਸਾਨੂੰ ਮਿੱਠੀ ਲੱਗਣੀ ਸ਼ੁਰੂ ਹੋ ਗਈ। ਜਦੋਂ ਗੁਰਬਾਣੀ ਮਿੱਠੀ ਲੱਗੇਗੀ, ਜਦੋਂ ਗੁਰਬਾਣੀ ਨਾਲ ਪਿਆਰ ਬਣੇਗਾ, ਮਨ ਆਪਣੇ ਆਪ ਟਿਕ ਜਾਏਗਾ। ਮਨ ਟਿਕਦਾ ਕਿਉਂ ਨਹੀਂ ਹੈ? ਮਨ ਦੇ ਟਿਕਣ ਦਾ ਕਾਰਨ ਹੈ ਕਿ ਮਨ ਨੂੰ ਰਸ ਨਹੀਂ ਆਉਂਦਾ। ਅਸੀਂ ਸੋਚਦੇ ਕਿ ਪਦਾਰਥਾਂ 'ਚੋਂ ਸੁੱਖ ਮਿਲੇਗਾ, ਆ ਜਾਂਦੇ ਨੇ, ਉੱਥੇ ਵੀ ਰਸ ਨਹੀਂ ਹੈ। ਪਦਾਰਥ ਹੰਕਾਰ ਹੀ ਪੈਦਾ ਕਰਦੇ ਨੇ, ਲੋੜਾਂ ਪੂਰੀਆਂ ਕਰਨ ਤੋਂ ਬਾਅਦ ਵਾਧੂ ਪਦਾਰਥ ਹੰਕਾਰ ਹੀ ਪੈਦਾ ਕਰੇਗਾ। ਅਸੀਂ ਸੋਚਦੇ ਕਿ ਇਸ ਰੁਤਬੇ ਨਾਲ ਹੀ ਮਨ ਟਿਕ ਜਾਏਗਾ, ਰੁਤਬਾ ਵੀ ਆ ਜਾਂਦਾ ਹੈ, ਮਨ ਵਿੱਚ ਫਿਰ ਭਟਕਣਾ ਬਣੀ ਰਹਿੰਦੀ ਹੈ। ਇਸ ਕਰਕੇ ਜਦੋਂ ਮਨ ਪ੍ਰਮਾਤਮਾ ਦੇ ਗੁਣਾਂ ਨਾਲ ਜੁੜੇਗਾ, ਵਾਹਿਗੁਰੂ ਜੀ ਦੀ ਕੀਰਤੀ ਨਾਲ ਜੁੜੇਗਾ, ਇਹਨੂੰ ਟਿਕਾਣਾ ਮਿਲ ਜਾਏਗਾ, ਟਿਕ ਜਾਏਗਾ। ਜਿੱਥੇ ਆਪਣਾ ਉਧਾਰ ਹੋਏਗਾ, ਹੋਰ ਜੀਵਨ ਦਾ ਉਧਾਰ ਵੀ ਜੀਵ ਕਰੇਗਾ। ਸਤਿਗੁਰੂ ਜੀ ਦੇ ਇਹ ਪਾਵਨ ਬਚਨ ਆਪ ਜੀ ਨੇ ਜਿੱਥੇ ਸਰਵਣ ਕੀਤੇ ਨੇ, ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਕਥਾ ਵਿਚਾਰ ਹਰ ਰੋਜ਼ ਆਪ ਜੀ ਬੜੇ ਚਾਅ ਨਾਲ, ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹੋ। ਗੁਰੂ ਕੀ ਵਾਰਤਾ ਇਹ ਚੱਲ ਰਹੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜ੍ਹਾ ਜਿਹਾ ਨੇੜੇ ਹੀ ਹਰੀਕੇ ਤੱਕ ਮਾਝੇ ਦੇ ਇਲਾਕੇ 'ਚ ਵਿਚਰੇ ਨੇ। ਉਸ ਇਲਾਕੇ ਦੇ ਲੋਕਾਂ ਨੂੰ ਉਤਾਰਦੇ ਹੋਏ ਸਤਿਗੁਰੂ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਵਾਪਸ ਆ ਗਏ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਬਹੁਤ ਦੂਰ ਦੁਰਾਡੇ ਤੱਕ ਸਿੱਖੀ ਦੇ ਪ੍ਰਚਾਰ ਲਈ ਨਹੀਂ ਗਏ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਵੱਡੇ ਵੱਡੇ ਪ੍ਰੋਜੈਕਟ ਸਤਿਗੁਰੂ ਜੀ ਨੇ ਸ਼ੁਰੂ ਕੀਤੇ ਸਨ। ਉਹ ਸਭ ਤੋਂ ਵੱਡਾ ਪ੍ਰੋਜੈਕਟ ਇਹ ਸੀ ਕਿ ਗੁਰਮੁਖੀ ਲਿਪੀ ਨੂੰ ਜਾਂ ਆਪਣੀ ਜਿਹੜੀ ਮਾਤ ਬੋਲੀ ਹੈ, ਇਸ ਨੂੰ ਉਜਾਗਰ ਕਰਨਾ। ਬੋਲੀ ਭਾਵੇਂ ਪਹਿਲਾਂ ਵੀ ਬੋਲੀ ਜਾਂਦੀ ਸੀ, ਲੇਕਿਨ ਉਹਨੂੰ ਬੜੇ ਵਿਗਿਆਨਕ ਢੰਗ ਨਾਲ ਉਹਦੇ 'ਚ ਸੁਧਾਰ ਕਰਕੇ ਸਤਿਗੁਰੂ ਜੀ ਨੇ ਉਹਦੇ ਵਿੱਚ ਗੁਰੂ ਦਾ ਇਤਿਹਾਸ ਲਿਖਿਆ। ਉਦੋਂ ਪਹਿਲਾਂ ਹੋਰ ਬੋਲੀਆਂ ਸਨ। ਪੰਜਾਬ ਦੇ ਵਿੱਚ ਫਾਰਸੀ ਰਹੀ ਹੈ, ਕਦੀ ਲੰਡੇ ਆਦਿਕ ਬੋਲੀਆਂ ਰਹੀਆਂ ਨੇ, ਟਾਕਰੀ ਰਹੀ ਹੈ, ਲੇਕਿਨ ਸਤਿਗੁਰੂ ਜੀ ਨੇ ਕਿਉਂਕਿ ਆਪਣੀ ਇਸ ਮੁਲਕ ਦੀ ਧਰਤੀ 'ਤੇ ਜਿੰਨੇ ਧਰਮ ਗ੍ਰੰਥ ਸਨ ਉਹ ਸੰਸਕ੍ਰਿਤ ਵਿੱਚ ਸਨ। ਸੰਸਕ੍ਰਿਤ ਆਮ ਮਨੁੱਖ ਜਲਦੀ ਪੜ੍ਹ ਹੀ ਨਹੀਂ ਸਕਦਾ। ਪਹਿਲੀ ਗੱਲ, ਸੰਸਕ੍ਰਿਤ ਪੜ੍ਹਨ ਦੇ ਲਈ, ਉਹ ਗ੍ਰੰਥ ਪੜ੍ਹਨ ਦੇ ਲਈ ਕਿੰਨਾ ਚਿਰ ਤੁਸੀਂ ਸੰਸਕ੍ਰਿਤ ਦੇ ਜਿਹੜੇ ਪੰਡਤ ਨੇ ਉਹਨਾਂ ਦੀਆਂ ਪ੍ਰਕਰਮਾਂ ਕਰੋ। ਉਦੋਂ ਬਾਅਦ ਉਹਨਾਂ ਦੇ ਹੱਥ ਵਿੱਚ ਇਹ ਸਾਰੀ ਵਿਦਿਆ ਸੀ। ਸਤਿਗੁਰੂ ਜੀ ਨੇ ਆਮ ਲੋਕਾਂ ਦੀ ਬੋਲੀ ਵਿੱਚ ਗੁਰਬਾਣੀ ਬਖਸ਼ਿਸ਼ ਕਰਤੀ, ਹਰ ਕੋਈ ਮਨੁੱਖ ਪੜ੍ਹੇ, ਹਰ ਕੋਈ ਇਹਨੂੰ ਸਮਝੇ। ਇਹਦੇ ਤੇ ਕਿਸੇ ਦਾ ਕਬਜ਼ਾ ਨਹੀਂ ਹੈ ਕਿ ਮੈਂ ਹੀ ਪੜ੍ਹਨੀ, ਦੂਜਾ ਨਹੀਂ ਪੜ੍ਹ ਸਕਦਾ। ਇਹ ਸਮੁੱਚੀ ਮਾਨਵਤਾ ਦੇ ਲਈ ਹੈ, ਜਨ ਸਧਾਰਨ ਦੇ ਲਈ ਗੁਰਬਾਣੀ ਹੈ।
ਇਹ ਜੀਵਨ ਜਹਾਜ਼ ਪ੍ਰਦਾਨ ਕਰਦੀ ਹੈ। ਦੂਸਰਾ, ਸਤਿਗੁਰੂ ਜੀ ਨੇ ਇਤਿਹਾਸ ਲਿਖਣ ਦਾ ਪ੍ਰੋਜੈਕਟ ਸ਼ੁਰੂ ਕੀਤਾ। ਤੀਸਰੀ ਗੱਲ, ਸਤਿਗੁਰੂ ਜੀ ਨੇ ਬੱਚਿਆਂ ਨੂੰ ਪੜ੍ਹਾਉਣਾ, ਐਜੂਕੇਸ਼ਨ ਦੀ ਗੱਲ ਸਤਿਗੁਰੂ ਜੀ ਨੇ ਸ਼ੁਰੂ ਕੀਤੀ। ਚੌਥੀ ਗੱਲ ਸੀ ਕਿ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ, ਖੇਡਾਂ ਔਰ ਖੰਡੂਰ ਦੀ ਧਰਤੀ 'ਚ ਮੱਲ ਅਖਾੜੇ ਸਤਿਗੁਰੂ ਜੀ ਨੇ ਰਚ ਦਿੱਤੇ। ਇਹ ਗੱਲਾਂ ਦੇਖਣ ਨੂੰ ਨਿੱਕੀਆਂ ਨਿੱਕੀਆਂ ਲੱਗਦੀਆਂ ਨੇ, ਪਰ ਕਿਸੇ ਕੌਮ ਦੀ ਉਸਾਰੀ ਵਿੱਚ ਬੜੇ ਵੱਡੇ ਮੀਲ ਥੰਮ ਨੇ, ਬੜੇ ਵੱਡੇ ਮੀਲ ਪੱਥਰ ਨੇ ਸਤਿਗੁਰੂ ਜੀ ਨੇ ਸ਼ੁਰੂ ਕੀਤੇ। ਗੁਰੂ ਸਾਹਿਬ ਜੀ ਨੇ ਇੱਧਰ ਧਿਆਨ ਬਹੁਤਾ ਦਿੱਤਾ। ਔਰ ਜਿਵੇਂ ਇੱਥੇ ਰਹਿੰਦਿਆਂ ਕੁਝ ਘਟਨਾਵਾਂ ਵਾਪਰੀਆਂ ਨੇ, ਆਓ ਆਪਾਂ ਗੁਰੂ ਕੀ ਅਗਲੀ ਵਾਰਤਾ ਸਰਵਣ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ। ਇੱਕ ਵਾਰ ਬੜੇ ਪਿਆਰ, ਬੜੀ ਸ਼ਰਧਾ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਸੇਵਕ ਸੰਗਤ ਕੇ ਮਾਹੇ, ਕਹਿਓ ਨ ਮਾਨੈ ਸੇਵੈ ਨਾਹੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਸੰਗਤ ਵਿੱਚ ਕਈ ਤਰ੍ਹਾਂ ਦੇ ਸਿੱਖ ਸੇਵਕ ਰਹਿੰਦੇ ਸਨ, ਸੇਵਾ ਕਰਦੇ ਸਨ। ਇੱਕ ਸੇਵਕ ਸੀ ਜਿਹੜਾ ਆਪਣੀ ਬੜੀ ਮਨ ਮਰਜ਼ੀ ਵਰਤਦਾ ਸੀ, ਕਿਸੇ ਦਾ ਕਹਿਣਾ ਨਹੀਂ ਸੀ ਮੰਨਦਾ। ਜੀ ਕੀਤਾ ਕੰਮ ਕਰ ਲਿਆ, ਜੀ ਕੀਤਾ ਨਾ ਕੀਤਾ। ਗੁਰੂ ਕਾ ਲੰਗਰ ਤੇ ਟੁੱਟ ਚੱਲਦਾ ਹੀ ਸੀ, ਖਾ ਪੀ ਲੈਂਦਾ ਸੀ, ਵਿਹਲਾ ਬੈਠਾ ਰਹਿੰਦਾ ਸੀ। ਕਿਸ ਕੇ ਕਹੇ ਟੈਲ ਨ ਕਰੇ, ਚਿਰੰਕਾਲ ਤਿਨ ਅਸ ਬੁੱਧ ਧਰੇ। ਕਿਸੇ ਦੇ ਕਹਿਣ ਤੇ ਵੀ ਕੋਈ ਸੇਵਾ ਨਹੀਂ ਸੀ ਕਰਦਾ। ਦੇਖੋ, ਗੁਰੂ ਘਰ 'ਚ ਵਿਹਲੜਾਂ ਨੂੰ ਕੋਈ ਥਾਂ ਨਹੀਂ ਹੈ। ਇਹ ਲੰਗਰ ਵਿਹਲੜਾਂ ਲਈ ਨਹੀਂ ਹੈ। ਇਹ ਲੰਗਰ ਤੇ ਆਏ ਹੋਏ ਬਾਹਰੋਂ ਯਾਤਰੂਆਂ ਦੇ ਲਈ, ਲੋੜਵੰਦਾਂ ਦੇ ਲਈ ਹੈ। ਜੇ ਕੋਈ ਵਿਹਲੜ ਕਹਿ ਕੇ ਸਾਰਾ ਦਿਨ ਮੈਂ ਸੁੱਤਾ ਰਵਾਂ, ਦਰਖਤ ਰਾਤ ਨੂੰ ਲੰਗਰ ਛਕ ਲਾਂ, ਸਵੇਰੇ ਛਕ ਲਾਂ, ਤੇ ਗੁਰੂ ਕਾ ਲੰਗਰ ਉਹਨਾਂ ਲਈ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਵਿੱਚ ਇੱਕ ਵੇਰਾਂ ਇਮਤਿਹਾਨ ਲਿਆ ਸੰਗਤਾਂ ਦਾ। ਕਰਤਾਰਪੁਰ 'ਚ ਲੰਗਰ ਚੱਲਦਾ ਸੀ, ਬਹੁਤ ਲੋਕ ਇਕੱਠੇ ਹੋ ਕੇ ਕਈ ਤਰ੍ਹਾਂ ਦੇ ਆ ਜਾਂਦੇ ਨੇ। ਸਤਿਗੁਰੂ ਜੀ ਨੇ ਇੱਕ ਦਿਨ ਹੁਕਮ ਕੀਤਾ ਕਿ ਅੱਜ ਲੰਗਰ ਇੱਕੋ ਦਿਨ ਬਣੇਗਾ, ਪਰ ਸਾਰਾ ਦਿਨ ਖੇਤ ਵਿੱਚ ਕੰਮ ਕਰਨਾ, ਜਿੰਨੇ ਬੰਦੇ ਸਾਰੇ ਜਾਣਗੇ। ਹੁਣ ਜਦੋਂ ਇੱਕ ਟਾਈਮ ਲੰਗਰ ਮਿਲਿਆ, ਖੇਤ 'ਚ ਕੰਮ ਕਰਨਾ ਪਿਆ, ਤੇ ਅੱਧੇ ਕੁ ਦਿਨ ਤੋਂ ਬਾਅਦ ਤੇ ਕਈ ਭੱਜ ਗਏ। ਜਿਹੜੇ ਮੇਰੇ ਵਰਗੇ ਦਾਲ ਫੁਲਕਾ ਹੀ ਖਾਣ ਲਈ ਬੈਠੇ ਸਨ ਕਿ ਚਲੋ ਮੁਫਤ ਦੀਆਂ ਰੋਟੀਆਂ ਮਿਲ ਰਹੀਆਂ ਨੇ, ਅੱਧੇ ਕੁ ਤਾਂ ਖਿਸਕ ਗਏ। ਅਗਲੇ ਦਿਨ ਸਤਿਗੁਰੂ ਜੀ ਨੇ ਕਿਹਾ ਕਿ ਲੰਗਰ ਬਿਲਕੁਲ ਨਹੀਂ ਬਣੇਗਾ, ਅੱਜ ਤੇ ਕੰਮ ਸਾਰਾ ਦਿਨ ਹੀ ਕਰ ਰਹੇ, ਸਾਰਾ ਦਿਨ ਖੇਤਾਂ 'ਚ ਜਾ ਕੇ ਕੰਮ ਕਰੋ। ਉਦੋਂ ਹੋਰ ਝੜ ਗਏ। ਤੀਜੇ ਕੁ ਦਿਨ ਸਤਿਗੁਰੂ ਜੀ ਕਹਿੰਦੇ ਹੁਣ ਦੋਵੇਂ ਟਾਈਮ ਲੰਗਰ ਸੂਰ ਕਰਿਆ ਕਰੋ, ਕੋਈ ਗੱਲ ਨਹੀਂ ਹੈ। ਭਾਵ ਕਿ ਇਹ ਵਿਹਲੜਾਂ ਲਈ ਲੰਗਰ ਨਹੀਂ ਹੈ, ਆਈ ਹੋਈ ਸੰਗਤ ਦੇ ਲਈ, ਕਿਰਤ ਕਰਨ ਵਾਲਿਆਂ ਲਈ, ਲੋੜਵੰਦਾਂ ਲਈ ਇਹ ਲੰਗਰ ਹੈ। ਜੇ ਕੋਈ ਕਹੇ ਕਿ ਚਲੋ ਸਾਰਾ ਦਿਨ ਵਿਹਲੇ ਬੈਠੇ ਰਹੋ ਨਹਿਰ ਦੇ ਕੰਢੇ ਤੇ, ਰਾਤ ਨੂੰ ਲੰਗਰ ਛਕ ਲਓ, ਕਈ ਵਾਰੀ ਅਸੀਂ ਬੜਾ ਇਤਰਾਜ਼ ਕਰਦੇ ਹਾਂ। ਕਈ ਇਹੋ ਜਿਹੇ ਲੋਕ ਜਿਹੜੇ ਨੇ ਅਮਲੀ ਟਾਈਪ ਦੇ, ਉਹ ਵਿਹਲੇ ਰਹਿੰਦੇ, ਨਸ਼ੇ ਕਰਦੇ, ਚੋਰੀਆਂ ਕਰਦੇ, ਲੰਗਰ ਚਾਹੁੰਦੇ ਨੇ। ਜੇ ਨਾ ਮੰਨਦੀ ਹੈ ਤੇ ਸੰਗਤਾਂ ਬੜਾ ਇਤਰਾਜ਼ ਕਰਦੀਆਂ ਨੇ। ਸੰਗਤ ਦੀ ਭਾਵਨਾ ਹੈ, ਚੰਗੀ ਗੱਲ ਹੈ, ਪਰ ਸੰਗਤ ਨੂੰ ਲੰਗਰ ਦੀ ਮਹਾਨਤਾ ਵੀ ਸਮਝਣੀ ਚਾਹੀਦੀ ਹੈ ਕਿ ਲੰਗਰ ਕਿਤੇ ਵਿਹਲੜਾਂ ਦੀ ਥਾਂ ਹੀ ਨਾ ਬਣ ਜਾਏ। ਇਹ ਗੁਰੂ ਕਾ ਸੰਗਤ ਦਾ ਜੋ ਪੈਸਾ ਹੈ, ਐਵੇਂ ਅਮਲੀਆਂ ਲਈ ਨਾ ਬਣ ਜਾਏ ਕਿ ਸਾਰਾ ਦਿਨ ਰੋਟੀ ਖਾਧੀ, ਨਸ਼ਾ ਕੀਤਾ, ਸੁੱਤੇ ਰਹੇ। ਉਹਨਾਂ ਲਈ ਥੋੜ੍ਹਾ ਇਹ ਲੰਗਰ ਹੈ। ਇਹ ਲੰਗਰ ਤੇ ਕਿਰਤ ਕਰਨ ਵਾਲਿਆਂ ਲਈ ਹੈ। ਇਹ ਲੰਗਰ ਮਿਹਨਤ ਕਰਨ ਵਾਲਿਆਂ ਲਈ, ਸੇਵਾ ਕਰਨ ਵਾਲਿਆਂ ਦੇ ਲਈ ਹੈ। ਇਸ ਕਰਕੇ ਸਤਿਗੁਰੂ ਜੀ ਦੇ ਦਰ ਤੇ ਬੰਦਾ ਰਹਿੰਦਾ ਹੈ, ਕੰਮ ਕਰਦਾ ਕੋਈ ਨਹੀਂ, ਲੰਗਰ ਪਾਣੀ ਛਕ ਲੈਣਾ, ਕਿਸੇ ਦਰਖਤ ਹੇਠ ਜਾ ਕੇ ਐਵੇਂ ਸਿਰ ਹੇਠ ਬਾਂਹ ਦੇ ਕੇ ਸੁੱਤੇ ਰਹਿਣਾ। ਜੇ ਕਿਸੇ ਨੇ ਕਹਿਣਾ ਵੀ ਕੰਮ ਕਰ ਕਰਤੇ, ਕਦੋਂ ਬੋਲਦਾ ਬੜਾ ਕੁਰਖਤ ਸੀ, ਬੜਾ ਰੁੱਖਾ ਬੋਲਦਾ ਸੀ। ਅੱਗੋਂ ਜੋ ਗੁਰ ਕਹੇ ਕਾਜ ਸੋ ਕਰਿਓ, ਆਨ ਭਾਗ ਕੋ ਕਾਨ ਨ ਧਰਿਓ। ਅੱਗੋਂ ਇਹ ਜਵਾਬ ਦਿੰਦਾ ਕਿ ਜੇ ਗੁਰੂ ਸਾਹਿਬ ਜੀ ਕਹਿਣਗੇ ਤਾਂ ਹੀ ਕੰਮ ਕਰਾਂਗਾ। ਤੁਸੀਂ ਕੌਣ ਹੁੰਦੇ ਮੈਨੂੰ ਕਹਿਣ ਵਾਲੇ? ਇਹਦਾ ਨਾਮ ਹੀ ਸਾਖੀਕਾਰਾਂ ਨੇ ਭਾਈ ਮਾਣਾ ਲਿਖਿਆ ਕਈ ਥਾਂ ਤੇ। ਇਹ ਕਹਿੰਦਾ ਗੁਰੂ ਸਾਹਿਬ ਜੀ ਕਹਿਣਗੇ ਤੇ ਕੰਮ ਕਰਾਂਗਾ, ਤੁਹਾਨੂੰ ਕੋਈ ਹੱਕ ਨਹੀਂ ਹੈ ਮੈਨੂੰ ਕਹਿਣ ਦਾ। ਚਿਰੰਕਾਲ ਬੀਤਿਓ ਤੈ ਰਹੇ, ਇੱਕ ਦਿਨ ਸ਼੍ਰੀ ਬੁੱਢੇ ਬਚ ਕਹੇ। ਬੜਾ ਚਿਰ ਹੋ ਗਿਆ ਇਹਨੂੰ ਇਸ ਤਰ੍ਹਾਂ ਰਹਿੰਦਿਆਂ। ਇੱਕ ਦਿਨ ਦੀ ਗੱਲ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਉਹਨੂੰ ਜਾ ਕੇ ਕਿਹਾ, ਉਹ ਭਲਿਆ ਪੁਰਖਾ ਤੂੰ ਗੁਰੂ ਘਰ 'ਚ ਆਇਆ ਹੈ, ਇੱਥੋਂ ਪ੍ਰਸ਼ਾਦਾ ਪਾਣੀ ਛਕਦਾ ਹੈ, ਕੋਈ ਤੂੰ ਕੰਮ ਵੀ ਕਰ ਲਿਆ ਕਰ। ਦੇਖੋ, ਇੱਕ ਬੜੀ ਸੋਹਣੀ ਸਾਖੀ ਲਿਖੀ ਕਨਿੰਗਮ ਨੇ। ਉਹ ਲਿਖਦਾ ਕਿ ਜਦੋਂ ਮੈਂ ਦੇਖਣ ਲਈ ਫਿਰ ਰਿਹਾ ਨਾ, ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਕਾਰਨ ਕੀ ਸੀ, ਇਹਦੇ ਸਵੈਮਾਨ ਦਾ ਕਾਰਨ ਕੀ ਸੀ। ਉਹ ਰੋਪੜ ਦੇ ਇਲਾਕੇ 'ਚ ਜਾਂਦਾ ਹੈ ਅੰਗਰੇਜ਼ ਇੱਕ, ਉਧਰ ਇੱਕ ਨਿਹੰਗ ਸਿੰਘ ਸਿਖਰ ਦੁਪਹਿਰੇ ਇੱਕ ਸੜਕ ਦੇ ਉੱਪਰ ਮਿੱਟੀ ਪਾ ਰਿਹਾ, ਟੋਏ ਪੈ ਜਾਂਦੇ ਨੇ ਕੱਚੀਆਂ ਸੜਕਾਂ ਤੇ, ਉਹ ਟੋਏ ਪੂਰ ਰਿਹਾ, ਬਾਣਾ ਉਹਨੇ ਪਹਿਨੇ ਹੈ, ਤਲਵਾਰ ਹੈ, ਸਿਰ ਤੇ ਦੁਮਾਲਾ ਹੈ, ਕਮਰ ਕੱਸਾ ਕੀਤਾ, ਪਸੀਨਿਓ ਪਸੀਨੇ ਹੋਇਆ, ਸਿਖਰ ਦੁਪਹਿਰੇ ਕਈ ਦਿਨ ਨਾਲ ਮਿੱਟੀ ਪਾ ਰਿਹਾ। ਉਹ ਜਾ ਕੇ ਉਹਨੂੰ ਕਹਿੰਦਾ ਹੈ, ਉਹ ਭਾਈ ਤੁਸੀਂ ਫਕੀਰ ਬੰਦੇ, ਤੁਹਾਡਾ ਕਿਹੜਾ ਪਰਿਵਾਰ ਹੈ, ਬੇਅੰਗਮ ਹੋ ਤੁਸੀਂ,
ਤੇ ਤੁਸੀਂ ਐਵੇਂ ਪਸੀਨੋ ਪਸੀਨੀ ਹੋਏ ਬੈਠੇ ਹੋ, ਕਾਰਨ ਕੀ, ਕਾਹਦੇ ਲਈ? ਤੇ ਅੱਗੋਂ ਨਿਹੰਗ ਸਿੰਘ ਨੇ ਬੜਾ ਸੋਹਣਾ ਜਵਾਬ ਦਿੱਤਾ, ਜੋ ਸਿੱਖ ਕੌਮ ਦੀ ਰੌਰੀਤ ਹੈ। ਕਹਿੰਦਾ ਖਾਲਸਾ ਪਿੰਡ ਦੇ ਲੋਕਾਂ ਕੋਲ ਰੋਟੀ ਖਾਂਦਾ, ਤੇ ਜੇ ਰੋਟੀ ਖਾਣਾ ਤੇ ਮੁਫਤ ਨਹੀਂ ਖਾਣੀ, ਮੈਂ ਤੇ ਇਹਨਾਂ ਦਾ ਕੰਮ ਵੀ ਕਰਨਾ ਚਾਹੀਦਾ ਨੇ। ਸੜਕ ਤੋਂ ਦੀ ਲੋਕਾਂ ਨੇ ਲੰਘਣਾ ਹੈ, ਟੋਏ ਪਏ ਨੇ, ਮੇਰਾ ਕੰਮ ਹੈ ਇਸ ਨੂੰ ਪੂਰੀਆਂ ਕਰਨਾ, ਲੋਕੀ ਮੈਨੂੰ ਰੋਟੀ ਦਿੰਦੇ। ਇਹ ਸਿੱਖ ਦੀ ਸੋਚ ਹੈ। ਇਹ ਨਹੀਂ ਕਿ ਲੰਗਰ ਛਕਿਆ ਤੇ ਜਿੱਥੇ ਮਰਜ਼ੀ ਬੈਠ ਗਏ, ਲੰਗਰ ਵੇਲੇ ਆ ਗਏ ਤੇ ਜਿੱਧਰ ਮਰਜ਼ੀ ਚਲੇ ਗਏ। ਇਹਨੂੰ ਜਦੋਂ ਕਿਹਾ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਤੂੰ ਇੱਥੇ ਗੁਰੂ ਘਰ 'ਚ ਬੜੇ ਚਿਰ ਦਾ ਰਹਿਣਾ, ਕਦੀ ਤੈਨੂੰ ਸੇਵਾ ਕਰਦੇ ਦੇਖਿਆ ਹੀ ਨਹੀਂ ਹੈ, ਕਿੱਥੇ ਰਹਿਣਾ ਤੂੰ ਸਾਰਾ ਦਿਨ? ਹੋਰਨਾਂ ਸਿੱਖਾਂ ਨੇ ਵੀ ਬਾਬਾ ਬੁੱਢਾ ਜੀ ਨੂੰ ਕਿਹਾ ਹੋਏਗਾ, ਭਾਈ ਇਹ ਕਹਿਣਾ ਨਹੀਂ ਮੰਨਦਾ, ਕਰਦਾ ਕੁਝ ਨਹੀਂ ਹੈ। ਤੇ ਅੱਗੋਂ ਉਸਨੇ ਇਸ ਤਰ੍ਹਾਂ ਜਵਾਬ ਦਿੱਤਾ ਹੈ, ਗੁਰ ਸੰਗਤ ਮੈਂ ਭਲੋ ਰਹਾਵਨ, ਭਜਨ ਟਹਿਲ ਕਰ ਕਾਲ ਬਿਤਾਵਨ। ਦੇਖੋ ਤੂੰ ਗੁਰੂ ਕੀ ਸੰਗਤ ਵਿੱਚ ਰਹਿਣਾ ਹੈ, ਇੱਥੇ ਕੋਈ ਭਜਨ ਕਰਿਆ ਕਰ, ਕੋਈ ਟਹਿਲ ਕਰਿਆ ਕਰ। ਦੇਖੋ ਇੱਕ ਆਮ ਕਹਾਵਤ ਹੈ, ਧਰਮਸਾਲ ਦੀਆਂ ਰੋਟੀਆਂ 3 ਕੰਮ ਕਰੇਣ, ਹੱਡ ਗਾਲਣ ਮੱਤ ਮਾਰਨ, ਕੰਮ ਕਰਨ ਨਾ ਦੇਣ। ਰੋਟੀਆਂ ਤੇ ਉਹੀ ਨੇ ਜਿਹੜੀਆਂ ਘਰ 'ਚ ਪੱਕਦੀਆਂ ਨੇ, ਕੋਈ ਫਰਕ ਨਹੀਂ ਹੈ ਬਾਪ ਕਰਨਾ। ਕਿਸੇ ਵੀ ਥਾਂ ਤੇ, ਭਾਵੇਂ ਕਿਸੇ ਘਰ 'ਚ ਹੈ ਕੋਈ ਪ੍ਰਾਣੀ, ਭਾਵੇਂ ਕਿਸੇ ਵੀ ਥਾਂ ਤੇ ਜੇ ਉਹਨੂੰ ਵਿਹਲੇ ਰਹਿਣ ਦੀ ਆਦਤ ਪੈ ਜਾਏ ਤੇ ਵਾਕਈ ਉਹ ਰੋਗੀ ਹੋ ਜਾਏਗਾ, ਉਹਦੀ ਮੱਤ ਜਿਹੜੀ ਹੈ ਉਹ ਭ੍ਰਿਸ਼ਟ ਹੋ ਜਾਏਗੀ। ਕਿਰਤ ਕੱਲੀ ਪੈਸੇ ਕਮਾਉਣ ਲਈ ਨਹੀਂ ਹੈ। ਜਿਹੜਾ ਕੰਮ ਅਸੀਂ ਕਰਦੇ ਹਾਂ ਇਹ ਪੈਸੇ ਕਮਾਉਣ ਲਈ ਨਹੀਂ ਹੈ। ਇੱਕ ਬੜੀ ਗਲਤ ਜੀ ਭਾਵਨਾ ਬਣ ਗਈ ਕਿ ਚਲੋ ਜੀ ਪੈਸੇ ਬੜੇ ਨੇ, ਸਾਨੂੰ ਕੰਮ ਕਰਨ ਦੀ ਕੀ ਲੋੜ ਹੈ, ਸਾਨੂੰ ਸੇਵਾ ਕਰਨ ਦੀ ਕੀ ਲੋੜ ਹੈ, ਅਸੀਂ ਸੇਵਾਦਾਰਾਂ ਨੂੰ ਪੈਸੇ ਦੇ ਦੇਵਾਂਗੇ, ਲੈ ਆਓ। ਆਪਾਂ ਜਿਵੇਂ ਅੱਜ ਕੱਲ੍ਹ ਚੱਲ ਪਿਆ ਨਾ ਰਿਵਾਜ, ਪ੍ਰਸਾਦੇ ਬਣਾਉਣ ਲਈ ਤੁਸੀਂ ਦਿਹਾੜੀ ਤੇ ਬੰਦੇ ਲੈ ਆਓ, ਪ੍ਰਸਾਦੇ ਬਣਾਉਣ ਦੀ ਕੀ ਲੋੜ ਹੈ? ਤਕਰੀਬਨ ਲੰਗਰ ਦੀ ਜਿਹੜੀ ਸਾਡੀ ਰੌ ਰੀਸ ਸੀ ਨਾ, ਉਹ ਅਲੋਪ ਹੁੰਦੀ ਜਾਂਦੀ ਹੈ। ਅਸੀਂ ਲੰਗਰ ਨਹੀਂ, ਇਹਨੂੰ ਆਪਾਂ ਹੋਟਲਾਂ ਵਾਂਗੂ ਇੱਕ ਸਿਸਟਮ ਜਿਹਾ ਬਣਾਉਣਾ ਸ਼ੁਰੂ ਕਰਤਾ ਕਿ ਬਹਿਰੇ ਲੈ ਆਓ, ਬਣਾਓ, ਲੈ ਜੇ ਕੁਝ ਕਰ ਲਓ, ਉਹਦੇ ਨਾਲ ਸਾਡਾ ਟੌਰ ਬਣੇਗਾ, ਸਾਨੂੰ ਕੰਮ ਕਰਨਾ ਨਾ ਪਏ। ਚਲੋ ਵਿਆਹ ਸ਼ਾਦੀਆਂ ਤੇ ਇਹ ਗੱਲਾਂ ਚੱਲਦੀਆਂ ਨੇ, ਕੋਈ ਗੱਲ ਨਹੀਂ ਹੈ। ਲੇਕਿਨ ਇਹ ਕੰਮ ਜਿਹੜਾ ਹੈ ਇਹ ਪੈਸਿਆਂ ਲਈ ਨਹੀਂ ਹੁੰਦਾ ਕਿ ਜੇ ਪੈਸੇ ਹੈਗੇ ਨੇ ਜਾਂ ਸਾਨੂੰ ਲੋੜ ਨਹੀਂ ਤੇ ਕੰਮ ਦੀ ਲੋੜ ਨਹੀਂ ਹੈ। ਇਹ ਜਿਹੜੀ ਕਿਰਤ ਹੈ ਨਾ, ਜਾਂ ਸੇਵਾ ਜਿਹਨੂੰ ਕਹਿ ਲਓ, ਕਿਰਤ ਜਿਹੜੀ ਕੋਈ ਵੀ ਕਿਰਤ ਹੈ, ਭਾਵੇਂ ਘਰ 'ਚ ਕੰਮ ਕਰਦੇ, ਭਾਵੇਂ ਕਿਤੇ ਵੀ ਕਰਦੇ ਆ, ਇਹ ਇਕੱਲੀ ਪੈਸੇ ਲਈ ਨਹੀਂ ਹੈ। ਇਹ ਕਿਰਤ ਪਹਿਲੀ ਗੱਲ ਸਾਨੂੰ ਤੰਦਰੁਸਤੀ ਦਿੰਦੀ ਹੈ, ਦੂਜੀ ਗੱਲ ਸਾਡੇ ਅੰਦਰ ਸਵੈਮਾਨ ਪੈਦਾ ਕਰਦੀ ਹੈ, ਤੀਜੀ ਗੱਲ ਸਾਡੇ ਇੱਕ ਕਿਰਦਾਰ ਦੀ ਉਸਾਰੀ ਕਰਦੀ ਹੈ। ਜਿਹੜਾ ਬੰਦਾ ਕੰਮ ਨੂੰ ਪਿਆਰ ਕਰੇਗਾ ਨਾ, ਉਹ ਖੁਸ਼ਹਾਲ ਰਹੇਗਾ ਸਦਾ। ਜਿਹੜਾ ਚਾਹ ਦੇ ਨਾਲ ਕੰਮ ਕਰੇਗਾ, ਖੁਸ਼ਹਾਲ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ ਤੁਸੀਂ ਜਿੱਥੇ ਵੀ ਜਾਓ, ਕਿਤੇ ਜਾਓ, ਕੋਈ ਨਾ ਕੋਈ ਕੰਮ ਲੱਭ ਲਓ, ਤੁਹਾਡੇ ਅੰਦਰ ਇੱਕ ਸਵੈਮਾਨ ਪੈਦਾ ਹੋਏਗਾ। ਤੇ ਜਦੋਂ ਬੰਦਾ ਕਿ ਮੈਂ ਪੈਸੇ ਨਾਲ ਕਰਾ ਲਵਾਂਗਾ, ਉੱਥੇ ਹੰਕਾਰ ਪੈਦਾ ਹੋਏਗਾ। ਦੋਵਾਂ 'ਚ ਬੜਾ ਫਰਕ ਹੈ, ਸਵੈਮਾਨ ਵਿੱਚ ਤੇ ਹੰਕਾਰ ਵਿੱਚ ਬਹੁਤ ਵੱਡਾ ਅੰਤਰ ਹੈ। ਹੰਕਾਰ ਬਰਬਾਦੀ ਦਾ ਕਾਰਨ ਬਣਦਾ ਹੈ, ਸਵੈਮਾਨ ਮਨੁੱਖ ਨੂੰ ਖੁਸ਼ਹਾਲੀ ਬਖਸ਼ਿਸ਼ ਕਰਦਾ ਹੈ। ਇਹਨੂੰ ਬਾਬਾ ਬੁੱਢਾ ਜੀ ਕਹਿੰਦੇ ਹੋ, ਤੂੰ ਇੱਥੇ ਪ੍ਰਸ਼ਾਦਾ ਪਾਣੀ ਛਕਦਾ ਹੈ, ਕੋਈ ਭਜਨ ਬੰਦਗੀ ਵੀ ਕਰ ਲਿਆ ਕਰ, ਸਤ ਸੰਗਤ ਕਰ ਲਿਆ ਕਰ, ਕਿਤੇ ਸੇਵਾ ਕਰ ਲਿਆ ਕਰ, ਤੇਰਾ ਜੀਵਨ ਸਫਲ ਹੋ ਜਾਵੇ। ਬੈਠੇ ਦੇ ਕਾਜ ਕਿਸ ਆਏ, ਸੋਏ ਨਾ ਕੋਈ ਮ੍ਰਿਤ ਜਬ ਪਾਏ। ਉਹ ਤੈਨੂੰ ਰੱਬ ਨੇ ਇੰਨਾ ਸੋਹਣਾ ਸਰੀਰ ਦਿੱਤਾ ਹੈ, ਤੇ ਜੇ ਇਸ ਸਰੀਰ ਨਾਲ ਕੋਈ ਆਪਾਂ ਕਿਰਤ ਨਾ ਕੀਤੀ, ਕੰਮ ਨਾ ਕੀਤਾ, ਪਰਉਪਕਾਰ ਨਾ ਕੀਤੇ, ਤੇ ਸਰੀਰ ਦਾ ਅਰਥ ਹੀ ਕੀ ਹੈ? ਫਿਰ ਤੇ ਸਰੀਰ ਕਿਸੇ ਲੇਖੇ ਨਹੀਂ ਹੈ। ਇਹ ਸਰੀਰ ਤੇ ਕਿਸੇ ਕੰਮ ਨਹੀਂ ਆਉਣਾ, ਸਰੀਰ ਦੀ ਤੇ ਕੋਈ ਵੈਲਿਊ ਨਹੀਂ ਹੈ, ਭਾਵੇਂ ਜਿੰਨਾ ਮਰਜ਼ੀ ਕੋਈ ਸੋਹਣਾ ਹੋਵੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਛਾਰ ਕਹਿੰਦੇ ਨੇ ਸਵਾਹ ਨੂੰ, ਮਿੱਟੀ ਨੂੰ। ਸਰੀਰ ਤੇ ਆਖਰ ਉਲ ਜਾਣਾ ਹੈ, ਮਿੱਟੀ ਬਣ ਜਾਣਾ, ਇਹਦੀ ਤੇ ਕੋਈ ਵੈਲਿਊ ਨਹੀਂ ਹੈ। ਵੈਲਿਊ ਇਸ ਸਰੀਰ ਦੀ ਤਾਂ ਹੈ ਜੇ ਅਸੀਂ ਕੋਈ ਪਰਉਪਕਾਰ ਕਰਦੇ ਹਾਂ। ਗੁਰੂ ਕਾ ਇੱਕ ਬਚਨ, ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਆਮ ਹੀ ਉਦਾਹਰਣ ਹੈ। ਗਊਆਂ ਸੜਕਾਂ ਤੇ ਤੁਰੀਆਂ ਫਿਰਦੀਆਂ ਨੇ, ਦੁੱਧ ਨਹੀਂ ਦਿੰਦੀਆਂ, ਉਹਨਾਂ ਦੀ ਕੋਈ ਕਦਰ ਨਹੀਂ ਕਰਦਾ। ਜੇ ਗਊ ਦੁੱਧ ਦੇਵੇ, ਉਹਨੂੰ ਬੰਨ੍ਹ ਕੇ ਕਿੱਲੇ ਤੇ ਉਹਨੂੰ ਵੰਡ ਵੜੇਵਾ ਪਾਇਆ ਜਾਂਦਾ, ਉਹਦੀ ਸੇਵਾ ਕੀਤੀ ਜਾਂਦੀ ਹੈ। ਲੇਕਿਨ ਜੇ ਨਹੀਂ ਦਿੰਦੀ ਤੇ ਖੋਲ ਦਿੰਦੇ ਨੇ। ਇਹ ਫਿਰ ਗਊ ਦੇ ਨਾਂ ਤੇ ਆਪਾਂ ਦੇਖਦੇ ਹਾਂ, ਜੋ ਇੱਥੇ ਧਰਮ ਦੀ ਗੱਲ ਚੱਲਦੀ ਹੈ, ਗਊ ਦੁੱਧ ਨਾ ਦੇਵੇ, ਉਹਦੀ ਕੋਈ ਕਦਰ ਨਹੀਂ ਹੈ। ਮਨੁੱਖ ਦੇ ਵਿੱਚ ਕੋਈ ਗੁਣ ਨਾ ਹੋਵੇ, ਉਹਦੀ ਕੋਈ ਕਦਰ ਨਹੀਂ ਹੈ। ਮਨੁੱਖ ਕਿਤੇ ਪਰਉਪਕਾਰ ਨਾ ਕਰੇ, ਉਹਦੀ ਕੋਈ ਕਦਰ ਨਹੀਂ ਹੈ। ਪਰਉਪਕਾਰੀ ਲੋਕਾਂ ਨੂੰ ਲੋਕੀ ਨਮਸਕਾਰਾਂ ਕਰਦੇ ਨੇ, ਲੋਕੀ ਬੜਾ ਸਤਿਕਾਰ ਕਰਦੇ ਨੇ ਪਰਉਪਕਾਰੀਆਂ ਦਾ। ਜ਼ਿੰਦਗੀ ਦੇ ਅੰਦਰ ਵਾਹਿਗੁਰੂ ਜੀ ਨੇ ਸਾਨੂੰ ਜੀਵਨ ਦਿੱਤਾ ਹੈ। ਹਰ ਮਨੁੱਖ ਦੇ ਅੰਦਰ ਇੱਕ ਚਾਹ ਹੈ, ਚਾਹ ਹੋਣਾ ਚਾਹੀਦਾ ਹੈ। ਇਹ ਚਾਹ ਪ੍ਰਮਾਤਮਾ ਨੇ ਪਾਇਆ ਕਿ ਮੈਂ ਲੰਮਾ ਚਿਰ ਧਰਤੀ ਤੇ ਰਵਾਂ, ਸਦਾ ਹੀ ਜਿਉਂਦਾ ਰਵਾਂ। ਤੇ ਸਾਡੀਆਂ ਅਸੀਸਾਂ ਵੀ ਇਹ ਨੇ ਕਿ ਤੂੰ ਲੰਮੀਆਂ ਉਮਰਾਂ ਮਾਣੇ, ਤੁਸੀਂ ਜੁਗ ਜੁਗ ਜੀਓ। ਸਾਡੀਆਂ ਅਸੀਸਾਂ ਵੀ ਇਹੋ ਜਿਹੀਆਂ ਬਣ ਗਈਆਂ ਨੇ।
ਉਹ ਇਸ ਕਰਕੇ ਕਿ ਮਨੁੱਖ ਦੀ ਇਹ ਚਾਹਨਾ ਹੈ ਕਿ ਮਨੁੱਖ ਲੰਮਾ ਚਿਰ ਜਿਉਂਦਾ ਰਹੇ। ਸਰੀਰ ਨੇ ਤੇ ਆਖਰ ਬਿਨਸਣਾ ਹੀ ਹੈ। ਉਹ ਸਰੀਰ ਭਾਵੇਂ ਗਰੀਬ ਦਾ, ਅਮੀਰ ਦਾ, ਪੜ੍ਹੇ ਦਾ, ਅਨਪੜ੍ਹ ਦਾ, ਚੰਗੇ ਦਾ, ਮਾੜੇ ਦਾ, ਉਹ ਤੇ ਬਿਨਸਣਾ ਹੀ ਹੈ। ਇਹਨੂੰ ਕੋਈ ਸਦਾ ਕਾਇਮ ਨਹੀਂ ਰੱਖ ਸਕਦਾ। ਪਰ ਜਿਉਂਦੇ ਰਹਿਣ ਦੀ ਭੁੱਖ ਕਿਵੇਂ ਪੂਰੀ ਹੋਏ ਸਾਡੀ? ਜਿਉਂਦੇ ਰਹਿਣ ਦੀ ਭੁੱਖ ਇਸੇ ਤਰੀਕੇ ਨਾਲ ਪੂਰੀ ਹੋ ਸਕਦੀ ਹੈ, ਤੁਸੀਂ ਪਰਉਪਕਾਰ ਕਰੋ, ਲੋਕਾਂ ਦੇ ਦਿਲਾਂ 'ਚ ਸਦਾ ਲਈ ਜਿਉਂਦੇ ਹੋ ਜਾਓ। ਦੁਨੀਆ ਤੁਹਾਨੂੰ ਮਰਨ ਨਹੀਂ ਦੇਵੇਗੀ। ਜੇ ਤੁਸੀਂ ਦੁਨੀਆ ਲਈ ਜਿਓਗੇ, ਪਰਉਪਕਾਰ ਕਰੋਗੇ, ਸੇਵਾ ਕਰੋਗੇ, ਦੁਨੀਆ ਹਮੇਸ਼ਾ ਤੁਹਾਨੂੰ ਚੇਤੇ ਰੱਖੇਗੀ, ਕਦੀ ਮਰਨ ਨਹੀਂ ਦੇਵੇਗੀ। ਆ ਜਿਹੜਾ ਬਚਨ ਸਤਿਗੁਰੂ ਜੀ ਨੇ ਕਿਹਾ ਹੈ ਨਾ ਕਿ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਜਾਂ ਤੇ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਾਂ ਜਿਹੜੇ ਸਾਧੂ ਪੁਰਖ ਪਰਉਪਕਾਰੀ ਪੁਰਖ ਨੇ। ਹੁਣ ਸਰੀਰ ਕਰਕੇ ਤੇ ਉਹ ਵੀ ਚਲੇ ਜਾਂਦੇ ਨੇ। ਬਾਬਾ ਕਬੀਰ ਸਾਹਿਬ ਚਲੇ ਗਏ, ਪਰ ਦੁਨੀਆ ਉਹਨਾਂ ਨੂੰ ਜਾਣ ਨਹੀਂ ਦੇਵੇਗੀ, ਸਦਾ ਜਿਉਂਦੇ ਰਹਿਣਗੇ। ਬਾਬਾ ਨਾਮਦੇਵ ਜੀ, ਬਾਬਾ ਰਵਿਦਾਸ ਸਾਹਿਬ ਜੀ, ਹੋਰ ਅਨੇਕਾਂ ਮਹਾਂਪੁਰਖ ਹੋਏ ਨੇ, ਪਰਉਪਕਾਰੀ ਸ਼ਹੀਦ ਸਿੱਖ ਹੋਏ ਨੇ, ਅਵਤਾਰ ਪੀਰ ਪੈਗੰਬਰ ਹੋਏ ਨੇ। ਉਹ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਿਣਗੇ, ਉਹਨਾਂ ਦੀ ਇੰਨੀ ਲੰਮੀ ਉਮਰ ਹੈ। ਇਸ ਕਰਕੇ ਜੇ ਸਦਾ ਲਈ ਜਿਉਂਦੇ ਰਹਿਣਾ ਤੇ ਫਿਰ ਆਪਾਂ ਮਨੁੱਖਤਾ ਦੇ ਲਈ ਕੁਝ ਕਰੀਏ, ਆਪਣੇ ਹੱਥੋਂ ਕੁਝ ਦਈਏ। ਸਾਨੂੰ ਸਾਡੇ ਸਤਿਗੁਰੂ ਜੀ ਨੇ ਵੰਡ ਕੇ ਛਕਣ ਦੀ ਦਾਤ ਇਸੇ ਕਰਕੇ ਦਿੱਤੀ ਹੈ ਕਿ ਅਸੀਂ ਜੋ ਕੁਝ ਵੀ ਸਾਡੇ ਕੋਲ ਹੈ ਦੂਜਿਆਂ 'ਚ, ਸਮਾਜ ਵਿੱਚ ਵਰਤਾਈਏ, ਤਾਂ ਕਿ ਸਾਡੀ ਉਮਰ ਲੰਮੀ ਹੋ ਜਾਏ। ਵੈਸੇ ਵੀ ਲੋਕਾਂ ਦੀਆਂ ਅਸੀਸਾਂ ਲੱਗਦੀਆਂ ਨੇ, ਉਹ ਵੀ ਮਨੁੱਖ ਦੀ ਜ਼ਿੰਦਗੀ 'ਚ ਬਰਕਤ ਪਾਉਂਦੀਆਂ ਨੇ। ਬਾਬਾ ਬੁੱਢਾ ਜੀ ਕਹਿੰਦੇ ਉਹ ਸਰੀਰ ਕਿਹੜੇ ਕੰਮ ਆਉਣਾ ਤੇਰਾ, ਇਹਨੂੰ ਤੇ ਕਿਸੇ ਨੇ ਨਹੀਂ ਪੁੱਛਣਾ, ਇਹਨੂੰ ਸਫਲ ਕਰ ਲੈ, ਗੁਰੂ ਕੀ ਹਜ਼ੂਰੀ 'ਚ ਆਇਆ, ਸੇਵਾ ਕਰ ਲੈ, ਕੋਈ ਭਜਨ ਬੰਦਗੀ ਕਰ ਲੈ। ਕਹਿਣ ਲੱਗਿਓ ਗੁਰਬਾਕ ਕਹਿ ਜਿਮ, ਟੈਲ ਕਰੋ ਤਿਸ ਕਾਲ ਭਲੇ ਤਿਮ। ਬਾਬਾ ਬੁੱਢਾ ਜੀ ਨੂੰ ਵੀ ਕਹਿਣ ਲੱਗਾ, ਜਦੋਂ ਗੁਰੂ ਸਾਹਿਬ ਜੀ ਕਹਿਣਗੇ ਮੈਂ ਕਰ ਲਵਾਂਗਾ, ਕੋਈ ਗੱਲ ਨਹੀਂ, ਗੁਰੂ ਸਾਹਿਬ ਜੋ ਕਹਿਣਗੇ ਮੈਂ ਉਹ ਕਰਾਂਗਾ, ਪਰ ਤੁਹਾਡੇ ਕਹਿਣ ਤੇ ਨਹੀਂ ਕਰਨਾ, ਮੈਂ ਮੇਰੀ ਇਹ ਮਰਜ਼ੀ ਹੈ। ਕਹਿਓ ਅਬਰ ਕੋ ਮਾਨੋ ਨਾਹੀ, ਜੈ ਨਿਸ਼ਚੈ ਮੇਰੇ ਮਨ ਮਾਹੀ। ਮੇਰੇ ਮਨ ਦਾ ਇਹ ਜਿੱਦ ਹੈ ਕਿ ਮੈਂ ਹੋਰ ਕਿਸੇ ਦੇ ਕਹਿਣੇ ਤੇ ਨਹੀਂ ਕੁਝ ਵੀ ਕਰਨਾ, ਗੁਰੂ ਸਾਹਿਬ ਕਹਿਣਗੇ ਤੇ ਕੁਝ ਕਰ ਲਵਾਂਗਾ ਮੈਂ। ਬਹੁਰਤ ਸੇ ਬੀਤਾ ਚਿਰਕਾਲ, ਇੱਕ ਦਿਨ ਬੋਲਿਓ ਸ੍ਰੀ ਗੁਰ ਨਾਲ। ਕਿੰਨਾ ਸਮਾਂ ਲੰਘ ਗਿਆ। ਇੱਕ ਦਿਨ ਦੀ ਗੱਲ ਹੈ, ਥੋੜਾ ਜਿਹਾ ਇਵੇਂ ਕਹਿ ਲਓ ਕਿ ਸਿੱਖਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਦੇ ਲਈ ਗੁਰੂ ਸਾਹਿਬ ਜੀ ਕੋਲ ਚਲ ਗਿਆ ਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਹੈ, ਬਹੁਤ ਦਿਵਸ ਕੋ ਮੈਂ ਅਬਿਲਾਖੀ, ਨਿਜ ਮੁਖ ਤੇ ਕਛ ਸੇਵ ਨ ਪਾਖੀ। ਮਹਾਰਾਜ ਜੀ ਬੜੇ ਚਿਰਾਂ ਦਾ ਮੈਂ ਤੁਹਾਡੇ ਕੋਲ ਆਇਆ ਹਾਂ ਤੇ ਮੇਰੇ ਮਨ ਦੀ ਇਹ ਕਾਮਨਾ ਹੈ ਕਿ ਤੁਸੀਂ ਮੈਨੂੰ ਕਿਸੇ ਸੇਵਾ 'ਚ ਲਗਾਓ, ਪਰ ਤੁਸੀਂ ਮੈਨੂੰ ਕੋਈ ਹੁਕਮ ਹੀ ਨਹੀਂ ਕੀਤਾ, ਕਿਸੇ ਸੇਵਾ 'ਚ ਲਗਾਇਆ ਹੀ ਨਹੀਂ ਹੈ। ਕਰਿਓ ਬਾਗ ਤਬ ਬੇਪਰਵਾਹ, ਅਗਨ ਜਰੋਏ ਸੇਵਾਇਆ ਹੈ। ਸਤਿਗੁਰੂ ਜੀ ਨੂੰ ਆਖਰ ਸਿੱਖ ਵੀ ਦੱਸਦੇ ਰਹਿੰਦੇ ਸਨ। ਬਾਬਾ ਬੁੱਢਾ ਸਾਹਿਬ ਜੀ ਮੁਖੀ ਸਿੱਖ ਸਨ, ਹੋਰ ਸਿੱਖ ਸੰਗਤਾਂ ਦੇ ਰਾਹੀਂ ਵੀ। ਨਾਲੇ ਸਤਿਗੁਰੂ ਜੀ ਕੋਈ ਇਕੱਲੇ ਮੱਥੇ ਟਿਕਾਉਣ ਵਾਲੇ ਥੋੜੇ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਮਿਲਣ ਦੇ ਪਿੱਛੇ ਕਾਰਨ ਕੀ ਹੈ? ਗੁਰਤਾ ਗੱਦੀ ਉਦੋਂ ਮਿਲੀ ਜਦੋਂ ਉਹ ਪੂਰਨ ਤੌਰ ਤੇ ਜ਼ਿੰਮੇਵਾਰੀ ਸਾਂਭਣ ਦੇ ਯੋਗ ਹੋ ਗਏ, ਰਿਸਪੌਂਸਿਬਲ ਬਣ ਗਏ। ਸਿੱਖ ਦਾ ਅਰਥ ਹੀ ਰਿਸਪੌਂਸਿਬਲ ਹੈ, ਜ਼ਿੰਮੇਵਾਰ ਹੋਣਾ। ਇਹ ਨਹੀਂ ਕਿ ਲੋਕ ਕੰਮ ਕਰ ਰਹੇ ਤੁਸੀਂ ਜਿੱਥੇ ਮਰਜ਼ੀ ਬੈਠੇ ਰਹੋ। ਸੰਸਥਾਵਾਂ ਜਾਂ ਸਭਾ ਸੁਸਾਇਟੀਆਂ ਜਾਂ ਪ੍ਰਬੰਧ ਇਵੇਂ ਨਹੀਂ ਚੱਲਦੇ ਕਿ ਦੂਜੇ ਕੰਮ ਕਰਦੇ ਨੇ ਤੇ ਆਪਾਂ ਐ ਮਜ਼ੇ ਦੇ ਨਾਲ ਬੈਠੇ ਰਹੀਏ। ਗੁਰੂ ਸਾਹਿਬ ਜੀ ਇਹੋ ਜਿਹੇ ਨਹੀਂ ਸਨ। ਗੁਰੂ ਸਾਹਿਬ ਜੀ ਨੇ ਇੱਕ ਕੌਮ ਖੜੀ ਕਰ ਦਿੱਤੀ। ਆਪਾਂ ਅਕਸਰ ਕਹਿੰਦੇ ਹਾਂ ਕਿ ਜੀ ਵੱਡੇ ਦਰਖਤ ਦੇ ਹੇਠਾਂ ਕੋਈ ਦਰਖਤ ਨਹੀਂ ਖੜਾ ਹੁੰਦਾ। ਇਹ ਆਮ ਕਹਾਵਤ ਹੈ ਨਾ ਕਿ ਵੱਡੇ ਦਰਖਤ ਦੇ ਹੇਠਾਂ ਹੋਰ ਕੋਈ ਦਰਖਤ ਪੈਦਾ ਨਹੀਂ ਹੁੰਦਾ। ਇਸ ਧਰਤੀ ਤੇ ਬੜਾ ਵੱਡਾ ਇੱਕ ਦਰਖਤ ਸੀ ਸਨਾਤਨ ਮਤ ਦਾ, ਬੜਾ ਵੱਡਾ ਦਰਖਤ ਸੀ ਇਸਲਾਮ ਮਤ ਦਾ, ਪਰ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਰ ਦਰਖਤ ਖੜਾ ਕਰ ਦਿੱਤਾ ਜਿਹਨੂੰ ਆਪਾਂ ਕਹਿੰਦੇ ਗੁਰਮਤ ਦਾ। ਔਰ ਕਿੱਡਾ ਵੱਡਾ ਖੜਾ ਕਰ ਦਿੱਤਾ, ਕੁਝ ਹੀ ਮਿਸਾਲਾਂ ਦੇ ਅੰਦਰ ਸਿੱਖੀ ਦੇਸਾਂ ਪ੍ਰਦੇਸਾਂ 'ਚ ਪਹੁੰਚ ਗਈ। ਸਨਾਤਨ ਮਤ ਤੇ ਬਹੁਤ ਸਨਾਤਨ ਹੈ, ਬਹੁਤ ਪ੍ਰਾਤਨ ਹੈ। ਕਦੋਂ ਦੇ ਰਿਸ਼ੀਆਂ ਮੁਨੀਆਂ ਦੇ ਅਸੀਂ ਗਥਾਵਾਂ ਪੜ੍ਹਦੇ ਹਾਂ, ਹਜ਼ਾਰਾਂ ਤੋਂ ਕਈ ਹਜ਼ਾਰ ਸਾਲ ਪੁਰਾਣਾ। ਸਿੱਖੀ ਦੀ ਆਰਜਾ ਤੇ ਅਜੇ 550 ਸਾਲ ਦੇ ਕਰੀਬ ਹੈ, ਇਹ ਤੋਂ ਜ਼ਿਆਦਾ ਵੀ ਨਹੀਂ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਕਿੱਡੀ ਵੱਡੀ ਘਾਲਣਾ ਕਰ ਲਈ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਕੋਈ ਇਹੋ ਜਿਹਾ ਬੰਦਾ ਤਾਂ ਨਹੀਂ ਆ ਸਕਦਾ ਜਿਹੜਾ ਮੱਠੀ ਟਿਕਾਉਣ ਵਾਲਾ ਹੋਵੇ, ਵਿਹਲਾ ਹੀ ਹੋਵੇ, ਜਿਹੜਾ ਬਿਲਕੁਲ ਅਣਦੇਖੀ ਕਰੇ ਤੇ ਕੰਮ ਦੂਜਿਆਂ ਤੇ ਛੱਡ ਦੇਵੇ। ਹੁਣ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ 'ਚ ਬੈਠ ਕੇ ਹਰ ਸਿੱਖ ਦੀ ਨਿਗਰਾਨੀ ਵੀ ਰੱਖਦੇ ਸਨ, ਉਹਨਾਂ ਕੋਲ ਖਬਰ ਵੀ ਰਹਿੰਦੀ ਸੀ, ਔਰ ਸਤਿਗੁਰੂ ਜੀ ਅੰਤਰਜਾਮੀ ਵੀ ਸਨ। ਸਤਿਗੁਰੂ ਜੀ ਨੇ ਦੇਖਿਆ, ਜਦੋਂ ਕਹਿਣ ਲੱਗਾ ਮੈਨੂੰ ਕੋਈ ਕੰਮ ਦੱਸੋ, ਸਤਿਗੁਰੂ ਜੀ ਸਹਿਜ ਸੁਭਾ ਕਹਿੰਦੇ ਜਾ ਕੇ ਸੜ ਕੇ ਮਰ ਜਾ, ਹੋਰ ਕੰਮ ਕੀ ਹੈ ਤੈਨੂੰ?
ਕਿਉਂਕਿ ਹੰਕਾਰ ਸੀ ਉਹਦੇ ਅੰਦਰ, ਹੰਕਾਰ 'ਚ ਖਿਜਿਆ ਬੋਲਦਾ ਸੀ ਹਰ ਕਿਸੇ ਦੇ ਨਾਲ। ਤੇ ਸਤਿਗੁਰੂ ਜੀ ਕਹਿੰਦੇ ਜਾ ਕੇ ਸੜ ਕੇ ਮਰ ਜਾ, ਇਹੀ ਕੰਮ ਹੈ ਤੇਰਾ। ਸੁਨ ਤਬ ਗਮਨਿਓ ਬਨ ਕੇ ਮਾਹੀ, ਲੱਕਰੀ ਕੇਰੀ ਬਟੋਰਨ ਤਾਹੀ। ਹੁਣ ਜਦੋਂ ਇਹਨੂੰ ਇਹ ਗੱਲ ਸਤਿਗੁਰੂ ਜੀ ਨੇ ਕਹੀ ਤੇ ਹੋਰ ਵੀ ਕਈ ਕੋਲ ਸੁਣਦੇ ਸਨ। ਇਹ ਹੁਣ ਉਹਨਾਂ ਦੀਆਂ ਨਜ਼ਰਾਂ ਸੱਚਿਆ ਮੰਨ ਲਈ, ਭੱਜ ਪਿਆ ਜੰਗਲ ਵੱਲ ਨੂੰ ਕਿ ਗੁਰੂ ਸਾਹਿਬ ਜੀ ਨੇ ਸੜ ਕੇ ਮਰਨ ਦੇ ਲਈ ਕਿਹਾ। ਭੱਜਿਆ ਜਾਂਦਾ, ਕਦੀ ਪਿੱਛੇ ਨੂੰ ਵੀ ਦੇਖ ਲੈਂਦਾ ਕੋਈ ਬੁਲਾਉਣ ਲਈ ਤੇ ਆ ਜਾਏ। ਆਖਰ ਬੁਲਾਉਣ ਲਈ ਕਿਨ ਜਾਣਾ ਸੀ, ਜੰਗਲ ਵਿੱਚ ਜਾ ਪਹੁੰਚਾ। ਅਗਨ ਪਰ ਜੁਲਦ ਹੇਰ ਕਰ ਡਰਿਓ, ਗੁਰ ਬਚ ਪਰ ਨੈ ਟਿਪ ਟਿਕਿਓ ਕਰਿਓ। ਅੱਗ ਬਾੜ ਲਈ ਇਹਨੇ, ਲੱਕੜਾਂ ਨੂੰ ਅੱਗ ਲਗਾ ਦਿੱਤੀ। ਜਿਸ ਵੇਲੇ ਅੱਗ ਦੇ ਭਾਂਬੜ ਮੱਚਣ ਲੱਗੇ, ਦੂਰੋਂ ਆ ਕੇ ਛਾਲ ਮਾਰਨ ਲੱਗਾ, ਪਰ ਅੱਗ ਨੂੰ ਦੇਖ ਕੇ ਡਰ ਗਿਆ। ਜਿਹੜਾ ਸਰੀਰਕ ਤੌਰ ਤੇ ਕੰਮ ਕਰਨ ਦੀ ਖੇਚਲ ਨਹੀਂ ਕਰ ਸਕਦਾ, ਉਹਨੇ ਅੱਗ ਦੇ ਨੇੜੇ ਕਿੱਥੋਂ ਜਾਣਾ? ਉਹਦਾ ਤੇ ਇਰਾਦਾ ਸੀ ਮੈਂ ਜਾਵਾਂਗਾ। ਸਤਿਗੁਰੂ ਜੀ ਕਹਿਣਗੇ ਨਾ ਭਈ ਸੜਨਾ ਚਾਹੀ ਕਿਤੇ, ਤੂੰ ਏਡਾ ਆਗਿਆਕਾਰੀ ਨਾ ਬਣ। ਪਰ ਗੁਰੂ ਸਾਹਿਬ ਨੇ ਕਹਿਤਾ। ਗੁਰੂ ਸਾਹਿਬ ਜੀ ਕੋਈ ਇਹਨੂੰ ਸਾੜਨਾ ਨਹੀਂ ਸਨ ਚਾਹੁੰਦੇ, ਪਰ ਇਹਦਾ ਸੁਭਾਅ ਹੀ ਇਹੋ ਜਿਹਾ ਸੀ, ਅੰਦਰੋਂ ਸੜ ਰਿਹਾ ਹੈ। ਸੋ ਇਹ ਚਲਿਆ ਗਿਆ, ਅੱਗ ਬਾਲੀ ਹੈ। ਦੂਰੋਂ ਆ ਕੇ ਜਦੋਂ ਭੱਜ ਕੇ ਛਾਲ ਮਾਰਨ ਲੱਗਾ, ਜੀ ਨਾ ਕੀਤਾ ਵਿੱਚ ਜਾਣ ਨੂੰ, ਰੁਕ ਗਿਆ। ਇੱਕ ਤਸਕਰ ਚੋਰੀ ਕੋ ਮਾਲ, ਲਿਏ ਜਾਤ ਆਇਓ ਤਿਸ ਕਾਲ। ਤਸਕਰ ਕਹਿੰਦੇ ਨੇ ਚੋਰ ਨੂੰ। ਇੱਕ ਚੋਰ ਸੀ, ਉਹਨੇ ਕਿਸੇ ਪਿੰਡ ਵਿੱਚ ਚੋਰੀ ਕੀਤੀ ਤੇ ਕਾਫੀ ਉੱਥੋਂ ਮਾਲ ਜਾਂ ਇਵੇਂ ਕਹਿ ਲੋ ਧਨ ਦੌਲਤ ਇਕੱਠੀ ਕਰਕੇ ਗਹਿਣਾ ਗੱਟਾ ਲੈ ਕੇ ਭਜਾ ਆ ਰਿਹਾ ਹੈ। ਵੇਖ ਅਚਰਜ ਕੋ ਪੂਛਨ ਕਰਿਓ, ਇਹ ਕਿਆ ਕਰਤੇ ਹਾਂ ਤੇ ਖਰਿਓ। ਉਹਨੇ ਦੇਖਿਆ ਅੱਗ ਬਲ ਰਹੀ ਹੈ। ਇਹ ਬੰਦਾ ਦੂਰੋਂ ਆਇਆ ਸੀ, ਭੱਜਾ ਭੱਜਾ ਨੇੜੇ ਆ ਕੇ ਰੁਕ ਗਿਆ। ਬੜਾ ਹੈਰਾਨ ਹੋਇਆ, ਇਹ ਕੀ ਕਾਰਨ ਹੈ? ਅੱਗ ਵੀ ਬਲੀ ਹੈ, ਭੱਜ ਕੇ ਵਿੱਚ ਡਿੱਗਣਾ ਵੀ ਚਾਹੁੰਦਾ ਹੈ, ਡਿੱਗ ਵੀ ਨਹੀਂ ਰਿਹਾ। ਔਰ ਇਹ ਤੇ ਸਾਖੀਕਾਰਾਂ ਨੇ ਕਿਸੇ ਹੋਰ ਵਧੀਆ ਢੰਗ ਨਾਲ ਵੀ ਗੱਲ ਲਿਖੀ ਹੈ ਕਿ ਉਹ ਸੋਚਦਾ ਕਿ ਬੰਦਿਆ ਇਹ ਤੇ ਸੁਣਿਆ ਸੀ ਕਿ ਪਤੀ ਮਰ ਜੇ ਤੇ ਪਤਨੀ ਕਹਿੰਦੇ ਨਾਲ ਸਤੀ ਹੋ ਜਾਂਦੀ, ਤੇਰੀ ਕਿਤੇ ਪਤਨੀ ਤੇ ਨਹੀਂ ਚੜਾਈ ਕਰ ਗਈ ਜਦੋਂ ਤੂੰ ਭੱਜਾ ਉਹਨੇ ਛਾਲ ਮਾਰਨ ਦੇ ਲਈ? ਕਾਰਨ ਕੀ ਤੇਰਾ ਅੱਗ ਵਿੱਚ ਡਿੱਗਣ ਦਾ? ਕੀ ਮਜਬੂਰੀ ਹੈ ਤੇਰੀ? ਉਹ ਜਦੋਂ ਭੱਜਾ ਆਇਆ ਦੇਖ ਕੇ ਹੈਰਾਨ ਹੋ ਗਿਆ। ਇਹਨੂੰ ਪੁੱਛਿਆ ਹੈ ਜਦੋਂ, ਗੁਰ ਕੋ ਬਚਮੋ ਕਹੋ ਤਿਨ ਕਹਿਓ, ਜਰੋ ਅਗਨ ਅਬ ਜਾਏ ਨ ਦਹਿਓ। ਉਹ ਕਹਿਣ ਲੱਗਾ ਭਰਾਵਾ ਕਾਰਨ ਕੀ ਹੋਣਾ? ਮੈਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਰਹਿੰਦਾ ਸਾਂ। ਸਤਿਗੁਰੂ ਜੀ ਨੂੰ ਪੁੱਛਿਆ ਕੋਈ ਸੇਵਾ ਦੱਸੋ, ਕਹਿੰਦੇ ਸੜ ਕੇ ਮਰ ਜਾ। ਤੇ ਮੈਂ ਆਇਆ ਸੀ ਸੜ ਕੇ ਮਰਨ ਦੇ ਲਈ, ਪਰ ਮੇਰਾ ਮਰਨ ਨੂੰ ਜੀ ਨਹੀਂ ਕਰਦਾ। ਅੱਗ ਨੂੰ ਦੇਖ ਕੇ ਮੈਨੂੰ ਡਰ ਲੱਗਦਾ ਹੈ। ਇਸ ਕੋ ਗਰਭ ਵਿਨਾਸ਼ਨ ਹੇਤ, ਬੋਲਿਓ ਤਸਕਰ ਹੋਏ ਸੁਚੇਤ। ਉਸ ਵੇਲੇ ਉਹਦੇ ਹੰਕਾਰ ਨੂੰ ਚਕਨਾਚੂਰ ਕਰਨ ਦੇ ਲਈ ਉਹ ਤਸਕਰ ਜਿਹੜਾ ਸੀ ਨਾ, ਸੁਚੇਤ ਸੀ, ਸਿਆਣਾ ਸੀ। ਚੋਰ ਕੋ ਮਾਮੂਲੀ ਲੋਕ ਨਹੀਂ ਹੁੰਦੇ, ਬੜੇ ਇੰਟੈਲੀਜੈਂਟ ਹੁੰਦੇ ਨੇ। ਤੁਸੀਂ ਦੇਖੋ ਨਾ ਕਿੰਨੇ ਇੰਟੈਲੀਜੈਂਟ ਨੇ। ਹਨੇਰੇ 'ਚ ਜਾਣਾ, ਕਿਸੇ ਦੇ ਘਰ 'ਚ ਜਾ ਵੜਨਾ, ਅਗਲੇ ਦੇ ਘਰ 'ਚ ਪਤਾ ਵੀ ਕੋਈ ਨਹੀਂ, ਉੱਥੋਂ ਸਮਾਨ ਕੱਢ ਕੇ ਭੱਜ ਆਉਣਾ, ਘਰਦਿਆਂ ਨੂੰ ਪਤਾ ਹੀ ਨਾ ਲੱਗੇ। ਇਹ ਚੋਰ ਸੁਚੇਤ ਸੀ, ਕੁਝ ਭੱਜਾ ਆਇਆ ਸੀ। ਕਹਿਣ ਲੱਗਾ ਉਸ ਵੇਲੇ ਇਸ ਨੂੰ, ਮੈਂ ਕਲ ਮਲ ਕੀਨੇ ਸਮਦਾਏ, ਇਹਾਂ ਜਰੇ ਤੇ ਸਭ ਮਿਟ ਜਾਏ। ਉਹ ਕਹਿਣ ਲੱਗਾ ਤੈਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਮਰਨ ਦੇ ਲਈ, ਤੂੰ ਬਚਨ ਮੈਨੂੰ ਦੇ ਦੇ। ਮੈਂ ਤੇ ਬੜੇ ਪਾਪ ਕਰਮ ਕੀਤੇ ਨੇ, ਚੱਲ ਜੇ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਮੈਂ ਅੱਗ ਸੜ ਕੇ ਮਰ ਗਿਆ, ਮੇਰੇ ਪਾਪ ਹੀ ਬਖਸ਼ੇ ਜਾਣਗੇ। ਉਹਨੂੰ ਪਤਾ ਹੈ ਕਿ ਮਗਰ ਲੋਕ ਆ ਰਹੇ ਨੇ, ਉਹਨਾਂ ਨੇ ਵੀ ਕੁੱਟ-ਕੁੱਟ ਕੇ ਮਾਰ ਹੀ ਦੇਣਾ, ਫੜਿਆ ਗਿਆ ਤੇ ਫਿਰ ਵੀ ਤੇ ਮਰਨਾ। ਇਸ ਕਰਕੇ ਉਹ ਚੋਰ ਕਹਿਣ ਲੱਗਾ ਮੈਂ ਬੜੇ ਪਾਪ ਕਰਮ ਕੀਤੇ ਅੱਜ ਤੱਕ, ਜੇ ਮੈਂ ਸੜ ਕੇ ਮਰ ਗਿਆ ਤੇ ਮੇਰੇ ਪਾਪ ਸੜ ਜਾਣਗੇ, ਤੇ ਇਹ ਬਚਨ ਮੈਨੂੰ ਦੇ ਦੇ, ਜੋ ਕੁਝ ਮੇਰੇ ਕੋਲ ਹੈ ਤੂੰ ਲੈ ਲੈ। ਮੋਹ ਤੇ ਦਰਬ ਸਰਬ ਅਬ ਲੇਵੋ, ਸ਼੍ਰੀ ਗੁਰ ਬਾਕ ਮੋਲ ਮੁਝ ਦੇਵੋ। ਜਿੰਨਾ ਧਨ ਮੇਰੇ ਕੋਲ ਹੈ, ਗਹਿਣਾ ਗੱਟਾ ਸਾਰਾ ਲੈ ਲਾ, ਆ ਗੁਰੂ ਦਾ ਬਚਨ ਮੈਨੂੰ ਦੇ ਦੇ। ਤੂੰ ਮੈਨੂੰ ਕਹਿ ਦੇ ਕਿ ਜਾ ਸੜ ਕੇ ਮਰ ਜਾ, ਗੁਰੂ ਸਾਹਿਬ ਦਾ ਬਚਨ ਹੈ, ਮੈਂ ਸੜ ਕੇ ਮਰ ਜਾਵਾਂਗਾ। ਸੁਨ ਕੇ ਤਨ ਲੀ ਨਸਲ ਲਚਾਏ, ਤਬ ਤਸਕਰ ਤਨ ਦੀਨ ਜਲਾਏ। ਹੁਣ ਇਹ ਵਿਅਕਤੀ ਮਿਹਨਤ ਕਿਰਤ ਤੇ ਭਰੋਸਾ ਕਰਦਾ ਹੀ ਨਹੀਂ ਸੀ। ਜੇ ਕਿਰਤ ਤੇ ਭਰੋਸਾ ਕਰਦਾ ਤੇ ਇਹਨੂੰ ਇੱਥੇ ਤੱਕ ਗੱਲ ਨਹੀਂ ਸੀ ਹੋਣੀ। ਅੰਦਰੋਂ ਭ੍ਰਿਸ਼ਟ ਸੀ। ਇਹਨੇ ਦੇਖਿਆ ਪੈਸੇ ਗਹਿਣੇ ਗੱਟੇ ਮਿਲ ਰਹੇ ਨੇ, ਜਲਦੀ ਨਾਲ ਇਹਨੇ ਸਭ ਕੁਝ ਲੈ ਲਿਆ ਚੋਰ ਪਾਸੋਂ। ਉਹਨੂੰ ਕਹਤਾ ਜਾ ਗੁਰੂ ਕਾ ਬਚਨ ਹੈ, ਤੂੰ ਸੜ ਕੇ ਮਰ ਜਾ। ਸੁਰਪੁਰ ਦੇ ਬਿਬਾਨ ਚਲ ਆਵਾ, ਸਾਦਰ ਕਹਿ ਕੇ ਤੁਰਤ ਚੜਾਵਾ। ਕਵੀ ਜੀ ਕਹਿੰਦੇ ਨੇ ਉਹ ਜਿਹੜਾ ਵਿਅਕਤੀ ਚੋਰ ਸੀ, ਜਿਹੜੇ ਸੜ ਕੇ ਮਰ ਗਿਆ, ਦੇਖੋ ਗੁਰੂ ਕੇ ਬਚਨ ਨੂੰ ਮੰਨ ਕੇ ਮਰਿਆ ਹੈ। ਇਹ ਗੁਰੂ ਕੇ ਬਚਨ ਦੀ ਵਡਿਆਈ ਹੈ। ਕਵੀ ਜੀ ਨੇ ਉਹਦੇ ਵਡਿਆਈ ਨੂੰ ਦੱਸਣ ਲਈ ਇੱਥੇ ਅਲੰਕਾਰ ਵਰਤਿਆ ਕਿ ਉਸ ਵੇਲੇ ਸਵਰਗਾਂ ਤੋਂ ਬਿਬਾਨ ਆਇਆ, ਉਹਨੂੰ ਬੜੇ ਸਤਿਕਾਰ ਨਾਲ ਲੈ ਕੇ ਗਏ। ਚਲੋ ਇਹ ਕਵੀ ਜੀ ਦੀ ਆਪਣੀ ਇਹ ਸ਼ੈਲੀ ਹੈ ਕਹਿਣ ਦੀ।
ਕੋਈ ਬਵਾਨ ਆਉਂਦਾ ਨਹੀਂ ਹੈ ਜਿੱਥੇ ਆਪਾਂ ਜਾਂਦੇ ਹਾਂ, ਤੇ ਵਾਹਿਗੁਰੂ ਜਾਣਦਾ ਕੀ ਆਉਂਦਾ ਹੈ। ਕਵੀ ਜੀ ਕਹਿੰਦੇ ਸਵਰਗ ਤੋਂ ਬਵਾਨ ਆਇਆ। ਇਹਦੇ ਨਾਲ ਇਵੇਂ ਲੱਗਦਾ ਵੀ ਸਵਰਗ ਕੋ ਵੱਖਰੀ ਧਰਤੀ ਹੁੰਦੀ ਜਿੱਥੇ ਲੈ ਕੇ ਜਾਣਾ, ਜਿੱਥੇ ਲੇਖਾ ਜੋਖਾ ਕਰਨਾ। ਪਰ ਕਵੀ ਜੀ ਜਿਵੇਂ ਕਹਿ ਰਹੇ ਨੇ ਕਿ ਸਵਰਗ ਤੋਂ ਬਵਾਨ ਆਇਆ, ਉਹਨੂੰ ਬਿਠਾ ਕੇ ਸਤਿਕਾਰ ਨਾਲ ਲੈ ਗਏ। ਸੁਖ ਅਨੰਤ ਮੈਂ ਜਾਏ ਰਿਓ ਹੈ, ਗੁਰ ਬਚਤੇ ਅਗਧੇ ਕਯੋ ਹੈ। ਗੁਰੂ ਕੇ ਬਚਨ ਮੰਨ ਕੇ ਉਹਦੇ ਪਾਪ ਕਸਮਲ ਜਿਹੜੇ ਸੰਸਾਰੇ ਮਿਟ ਗਏ, ਉਹ ਸੁਖ ਵਿੱਚ ਲਿਵਲੀਨ ਹੋ ਗਿਆ। ਲੋਭਦਾਰ ਸਿਖ ਗਮਨਿਓ ਘਰ ਕੋ, ਗਇਓ ਨਰਨ ਤਿਸ ਲਖ ਤਸਕਰ ਕੋ। ਉਹ ਵਿਅਕਤੀ ਜਿਹੜਾ ਸਰਨ ਦੇ ਲਈ ਆਇਆ ਸੀ, ਜਿਹੜਾ ਗੁਰੂ ਦਰਬਾਰ ਚੋਂ ਗੁਰੂ ਦਾ ਹੁਕਮ ਮੰਨ ਕੇ ਆਇਆ ਸੀ, ਉਹਦੇ ਮਨ 'ਚ ਲੋਭ ਆ ਗਿਆ। ਧਨ ਦੌਲਤ ਸਾਰੀ ਉਹਨੇ ਲੈ ਲਈ। ਅਜੇ ਲੈ ਕੇ ਤੁਰਨ ਲੱਗਾ ਤੇ ਮਗਰ ਹੀ ਉਹ ਆ ਗਏ ਸਨ, ਪਿੰਡ ਦੇ ਲੋਕ ਜਿਹੜੇ ਭੱਜੇ ਹੁੰਦੇ ਸਨ। ਉਹਨਾਂ ਨੇ ਇਹਨੂੰ ਫੜ ਲਿਆ। ਚੋਰੀ ਦਾ ਮਾਲ ਇਹਦੇ ਕੋਲੋਂ ਪ੍ਰਾਪਤ ਹੋਇਆ ਨਾ। ਉਹ ਤੇ ਚੋਰ ਉਹਨਾਂ ਦੇਖਿਆ ਨਹੀਂ, ਚੋਰ ਭੱਜਾ ਹੁੰਦਾ ਦੇਖਿਆ, ਮਗਰ ਆ ਰਹੇ ਨੇ। ਚੋਰੀ ਦਾ ਮਾਲ ਇਹਦੇ ਕੋਲ ਫੜਿਆ ਗਿਆ, ਇਹਨੂੰ ਉਹਨਾਂ ਨੇ ਕਾਬੂ ਕਰ ਲਿਆ। ਕੋਟ ਵਾਰ ਕੇ ਕਰਿਓ ਅਗਾਰੀ, ਤਿਨ ਦੇਖਤ ਹੀ ਗਿਰਾ ਉਚਾਰੀ। ਉਹਨੂੰ ਕੋਤਵਾਲ ਕੋਲ ਲੈ ਗਏ ਕਿ ਇਹ ਬੰਦਾ ਚੋਰ ਹੈ, ਇਹਨੇ ਸਾਡੇ ਚੋਰੀ ਕੀਤੀ ਹੈ। ਤੇ ਉਹਨੂੰ ਦੇਖਦੇ ਹੀ ਕੋਤਵਾਲ ਨੇ ਇਸ ਤਰ੍ਹਾਂ ਕਿਹਾ ਹੈ, ਛੀਨ ਲਿਓ ਤਿਸ ਕੋ ਸਭ ਮਾਲ, ਫਾਂਸੀ ਦਿਓ ਜਾਏ ਤਤਕਾਲ। ਇਹਦੇ ਕੋਲ ਸਾਰਾ ਮਾਲ ਬਰਾਮਦ ਕਰ ਲਓ, ਇਹਨੂੰ ਬੰਦੇ ਨੂੰ ਫਾਹੀ ਲਾ ਦਿਓ। ਜਿਹੜਾ ਲੋਕਾਂ ਦੇ ਘਰਾਂ ਚੋਰੀ ਕਰਦਾ ਹੈ ਨਾ, ਇਹਨੂੰ ਫਾਂਸੀ ਲਾ ਦਿਓ। ਹੁਕਮ ਮਾਨ ਫਾਂਸੀ ਤਿਨ ਤਿਸ ਦੀਨਾ, ਮੂਰਖ ਮਰਿਓ ਧਰਮ ਤੇ ਹੀਨਾ। ਉਸੇ ਵੇਲੇ ਹੁਕਮ ਮੰਨਿਆ ਗਿਆ, ਉਹਨੂੰ ਫਾਹੀ ਲਾ ਦਿੱਤਾ ਗਿਆ। ਇਹ ਬੰਦਾ ਵੀ ਮਰ ਗਿਆ। ਹੁਣ ਇੱਕ ਬੇਮੁਖ ਹੋ ਕੇ ਮਰਿਆ ਹੈ। ਗੁਰੂ ਦੀ ਹਜ਼ੂਰੀ 'ਚ ਰਹਿੰਦਿਆਂ ਹੋਇਆਂ, ਗੁਰੂ ਦੇ ਕੋਲ ਰਹਿੰਦਿਆਂ, ਗੁਰੂ ਕੇ ਬਚਨ ਨੂੰ ਨਾ ਮੰਨਦਿਆਂ ਹੋਇਆਂ, ਦੇਖੋ ਗੁਰੂ ਦੇ ਦਰ ਤੇ ਸੇਵਾ ਕਰਕੇ ਕਿੰਨਾ ਆਨੰਦ ਮਿਲਦਾ ਹੈ। ਵੱਡੇ ਭਾਗਾਂ ਵਾਲੇ ਨੇ ਉਹ ਸਾਰੇ ਪ੍ਰਾਣੀ ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ 'ਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗੁਰੂ ਕੇ ਕਿੰਨੇ ਪਿਆਰੇ ਬਚਨ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਸਾਧ ਸੰਗਤ ਵਿੱਚ ਆ ਕੇ ਮਨੁੱਖ ਦੇ ਮਨ ਵਿੱਚੋਂ ਮੈਲ ਮਿਟ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ ਹੈ। ਬੰਦਾ ਆਏ ਸਤ ਸੰਗਤ ਵਿੱਚ। ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਬੜਾ ਪਿਆਰਾ ਬਚਨ ਹੈ, ਜੇ ਵਡ ਭਾਗ ਹੋਵੇ ਵਡ ਭਾਗੀ, ਜਨ ਮਿਲੇ ਤਾਂ ਹਰ ਗੁਣ ਗਾਵੇਂਗੇ। ਅੰਮ੍ਰਿਤ ਸਰ ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ। ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਇਹ ਸਤ ਸੰਗਤ ਹੈ ਜਾਂ ਹਰੀ ਦੇ ਜਨ ਨੇ, ਤੇ ਅੰਮ੍ਰਿਤ ਦੇ ਸਰੋਵਰ ਨੇ। ਇੱਥੇ ਆ ਕੇ ਅਸੀਂ ਇਸ਼ਨਾਨ ਕਰ ਲਿਆ, ਸਾਡੀ ਤੇ ਸਭ ਦੁੱਖ ਦਲਿੱਦਰ ਖਤਮ ਹੋ ਜਾਣਗੇ। ਹੁਣ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਕੀ, ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ, ਭਾਗ ਵੱਡੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ। ਕਬੀਰ ਸਾਹਿਬ ਕਹਿੰਦੇ ਉਹ ਸਰੋਵਰ ਅੰਮ੍ਰਿਤ ਦਾ ਭਰਿਆ ਪਿਆ ਹੈ, ਤੇਰੇ ਵੱਡੇ ਭਾਗ ਨੇ, ਤੈਨੂੰ ਇਹ ਦਾਤ ਮਿਲੀ ਹੈ, ਭਰ ਭਰ ਕੇ ਪਿਆਲੇ ਪੀ ਜਾ। ਪਰ ਕਈ ਵਾਰੀ ਬੰਦਾ ਨਾ ਸਰੋਵਰ ਦੇ ਕੰਢੇ ਤੇ ਬੈਠਾ ਹੀ ਪਿਆਸਾ ਰਹਿੰਦਾ ਹੈ। ਬਹੁਤ ਨੇ ਮੇਰੇ ਵਰਗੇ ਸਤ ਸੰਗਤ ਵਿੱਚ ਆ ਕੇ ਵੀ ਸਤ ਦੀ ਗੱਲ ਸੁਣ ਨਹੀਂ ਸਕਦੇ। ਐਵੇਂ ਟਾਈਮ ਜਿਹਾ ਪਾਸ ਕਰਕੇ ਕੁਛ ਇੱਧਰ ਬੈਠ ਕੇ, ਕੁਛ ਇੱਧਰ ਬੈਠ ਕੇ। ਕਹਿੰਦੇ ਜੀ ਆਪਾਂ ਗੁਰਦੁਆਰੇ ਗਏ ਸੀ, 1 ਘੰਟਾ ਲੱਗ ਗਿਆ ਸਾਨੂੰ। ਤੇ ਜੇ ਕਿਤੇ ਘਰ ਦੇ ਪੁੱਛ ਲੈਣ ਕਿ ਗੁਰਦੁਆਰੇ ਜਾ ਕੇ ਸੁਣਿਆ ਕੀ ਹੈ, ਕਿੰਨਾ ਕੁ ਚਿਰ ਗੁਰੂ ਕੋਲ ਬੈਠੇ, ਕਹਿੰਦੇ ਨਹੀਂ ਆਪਾਂ ਤੇ ਬਾਹਰ ਹੀ ਗੱਲਾਂ ਬਾਤਾਂ ਕਰਦੇ ਰਹੇ ਹਾਂ। ਇਸ ਕਰਕੇ ਉਹ ਵੀ ਆਉਂਦੇ ਨੇ। ਆਪਾਂ ਬਹੁਤ ਵਡਭਾਗੀ ਹਾਂ ਜੋ ਵੀ ਗੁਰੂ ਦੀ ਚਰਨ ਸਰਨ 'ਚ ਬੈਠੇ ਹਾਂ। ਏਕ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਥੋੜੇ ਤੋਂ ਥੋੜਾ ਸਮਾਂ ਵੀ ਤੁਸੀਂ ਸਤ ਸੰਗਤ ਵਿੱਚ ਬੈਠ ਜਾਓਗੇ। ਸਾਨੂੰ ਜੋੜਨ ਦਾ ਅਭਿਆਸ, ਜ਼ਿੰਦਗੀ ਦਾ ਮੁੱਖ ਮਕਸਦ ਹੈ ਪਰਮ ਆਨੰਦ ਨੂੰ ਮੰਨਣਾ। ਉਹ ਪਰਮ ਆਨੰਦ ਉਦੋਂ ਮਿਲੇਗਾ ਜਦੋਂ ਸਾਡੀ ਸੁਰਤ ਉਸ ਆਨੰਦ ਰੂਪ ਪਰਮਾਤਮਾ ਜੁੜੇਗੀ। ਸੁਰਤ ਨੂੰ ਜੋੜਨਾ, ਮਨ ਨੂੰ ਜੋੜਨਾ ਹੀ ਸਭ ਤੋਂ ਵੱਡਾ ਇੱਕ ਬਿਖਮ ਕੰਮ ਹੈ। ਹੁਣ ਕੰਮਾਂ ਧੰਦਿਆਂ 'ਚ ਰਹਿ ਕੇ ਅਸੀਂ ਕਿਵੇਂ ਜੋੜ ਸਕਦੇ ਹਾਂ, ਕਿਉਂਕਿ ਸੁਰਤ ਕੰਮਾਂ ਧੰਦਿਆਂ 'ਚ ਹੁੰਦੀ ਹੈ। ਸਾਡੇ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਨੂੰ ਇੱਕ ਇਹ ਲੈਬੋਰਟਰੀ ਦਿੱਤੀ ਹੈ, ਪ੍ਰਯੋਗਸ਼ਾਲਾ ਦਿੱਤੀ ਹੈ, ਜਿੱਥੇ ਬੈਠ ਕੇ ਅਸੀਂ ਇੱਕ ਤਜਰਬਾ ਕਰ ਸਕਦੇ, ਐਕਸਪੈਰੀਮੈਂਟ ਕਰ ਸਕਦੇ ਹਾਂ ਸੁਰਤ ਨੂੰ ਜੋੜਨ ਦਾ। ਸ਼ਬਦ ਚੱਲ ਰਿਹਾ ਹੈ, ਬਾਣੀ ਚੱਲ ਰਹੀ ਹੈ, ਅਸੀਂ ਉਹਦੇ ਵਿੱਚ ਆਪਣੀ ਸੁਰਤ ਨੂੰ ਜੋੜ ਲਈਏ ਨਾ, ਐਨ ਇਕਾਗਰ ਚਿੱਤ ਹੋ ਕੇ। ਜੇ ਇੱਥੇ ਜੁੜਨ ਦੀ ਜਾਚ ਆ ਗਈ, ਕੰਮ ਕਰਦਿਆਂ ਵੀ ਜੁੜੇ ਰਵਾਂਗੇ। ਪਰ ਜੇ ਇੱਥੇ ਨਾ ਜੁੜ ਸਕੇ, ਕੋਈ ਥਾਂ ਨਹੀਂ ਹੈ ਜੁੜਨ ਦੀ। ਅੱਖਾਂ ਮੀਟ ਕੇ ਨਹੀਂ ਜੁੜਿਆ ਜਾਣਾ। ਜੋੜਨ ਮੀਟਣ ਵਾਲੇ ਮੀਟਦੇ ਪਈ, ਸਤਿਕਾਰਯੋਗ ਨੇ ਜਿਹੜੇ ਮੀਟਦੇ ਨੇ, ਪਰ ਅੱਖਾਂ ਮੀਟੀਆਂ ਨਹੀਂ ਜੁੜਿਆ ਜਾਣਾ। ਬਾਬਾ ਰਵਿਦਾਸ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ, ਪਰਮਾਤਮਾ ਦੀ ਭਗਤੀ ਲਈ ਪਿਆਰ ਹੋਣਾ ਚਾਹੀਦਾ ਹੈ। ਉੱਥੇ ਤਪ ਦੀ ਲੋੜ ਨਹੀਂ ਹੈ, ਉੱਥੇ ਹੱਠ ਦੀ ਲੋੜ ਨਹੀਂ ਹੈ। ਉਹ ਇਹ ਨਹੀਂ ਕਿ ਮੈਂ ਇੰਨਾ ਚਿਰ ਲਗਾਤਾਰ ਬੈਠ ਸਕਦਾ ਹਾਂ, ਇੰਨੇ ਵਜੇ ਉੱਠ ਸਕਦਾ, ਮੁਬਾਰਕ ਹੈ। ਉੱਥੇ ਪਿਆਰ ਦੀ ਲੋੜ ਹੈ।
ਉਹ ਪਿਆਰ ਕਿੱਥੋਂ ਮਿਲੇਗਾ? ਤੇ ਭਗਤ ਜੀ ਕਹਿੰਦੇ ਸਾਧ ਸੰਗਤ ਬਿਨ ਭਾਉ ਨਾ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਾਧ ਸੰਗਤ ਤੋਂ ਬਿਨਾ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਹੀ ਨਹੀਂ ਸਕਦਾ। ਜਿਸ ਚੀਜ਼ ਜਿਹਨੂੰ ਤੁਸੀਂ ਦੇਖਿਆ ਨਹੀਂ, ਜਿਹਦੇ ਬਾਰੇ ਤੁਹਾਨੂੰ ਕੋਈ ਨੌਲੇਜ ਨਹੀਂ ਹੈ, ਗਿਆਨ ਨਹੀਂ ਹੈ, ਤੁਸੀਂ ਨਾ ਹੀ ਇਕੱਲਾ ਸੁਣਿਆ ਪਰ ਉਹਦੀ ਹਸਤੀ ਦਾ, ਸ਼ਖਸੀਅਤ ਦਾ ਤੁਹਾਨੂੰ ਪਤਾ ਨਹੀਂ ਹੈ, ਨਾ ਸੁਣ ਕੇ ਕੋਈ ਪਿਆਰ ਨਹੀਂ ਬਣ ਜਾਂਦਾ। ਪਰ ਜਦੋਂ ਅਸੀਂ ਕਿਸੇ ਬਾਰੇ ਦੱਸਾਂਗੇ ਕਿ ਉਹ ਬੰਦਾ ਬੜਾ ਇੰਟੈਲੀਜੈਂਟ ਹੈ, ਬੜਾ ਪਰਉਪਕਾਰੀ ਹੈ, ਬੜੇ ਵੱਡੇ ਰੁਤਬੇ ਤੇ ਬੈਠਾ ਹੈ, ਬੜਾ ਗੁਣਵਾਨ ਹੈ, ਉਹਦਾ ਸੁਭਾਅ ਬੜਾ ਚੰਗਾ ਹੈ, ਜਦੋਂ ਉਹਦੇ ਬਾਰੇ ਵਿਸਤਾਰ ਨਾਲ ਦੱਸਾਂਗੇ ਤੇ ਸਾਡੇ ਅੰਦਰ ਇੱਕ ਜਿਗਿਆਸਾ ਪੈਦਾ ਹੋਏਗੀ ਉਹਨੂੰ ਮਿਲਣ ਦੇ ਲਈ। ਇੰਨਾ ਵਧੀਆ ਬੰਦਾ ਉਹਨੂੰ ਕਿਤੇ ਮਿਲ ਲਈਏ, ਇਕੱਲੇ ਨਾਂ ਨਾਲ ਨਹੀਂ, ਪਰ ਜਦੋਂ ਇਹ ਗੁਣਾਂ ਦਾ ਪਤਾ ਲੱਗੇਗਾ, ਜਦੋਂ ਤਾਰੀਫ ਦਾ ਪਤਾ ਲੱਗੇਗਾ। ਰੱਬ ਰੱਬ ਕਹਿਣ ਨਾਲ ਰੱਬ ਨਹੀਂ ਮਿਲਣਾ, ਮਾਫ ਕਰਨਾ, ਕਹਿਣ ਵਾਲੇ ਮੁਬਾਰਕ ਨੇ, ਵਡਭਾਗੀ ਨੇ। ਰਾਮ ਰਾਮ ਸਭ ਕੋ ਕਹੇ ਰਾਮ ਨਾ ਹੋਏ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਰੱਬ ਮਿਲੇਗਾ ਕਦੋਂ? ਜਦੋਂ ਉਹਦੇ ਨਾਲ ਸਾਡਾ ਪਿਆਰ ਬਣੇਗਾ। ਪਿਆਰ ਕਦੋਂ ਬਣੇਗਾ? ਜਦੋਂ ਸਾਨੂੰ ਉਹਦੇ ਗੁਣਾਂ ਦਾ ਪਤਾ ਲੱਗੇਗਾ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਬੜਾ ਪਿਆਰਾ ਬਚਨ ਕਿਹਾ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ, ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮੇਰੇ ਸਾਧੂ ਪੀਵਨ ਹਾਰ, ਜਲ ਥਲ ਮੇਲ ਵਣਤਨ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਜਦੋਂ ਆ ਵਡਿਆਈਆਂ ਸੁਣੀਆਂ ਨਾ ਕਿ ਪ੍ਰਮਾਤਮਾ ਵਣਤਨ 'ਚ ਵਿਆਪਕ ਹੈ, ਪ੍ਰਮਾਤਮਾ ਦੀ ਅੰਮ੍ਰਿਤ ਬੂੰਦ ਸੁਹਾਵਣੀ ਹੈ, ਉਹ ਸਾਧੂ ਰਾਹੀਂ ਮਿਲ ਸਕਦੀ ਹੈ, ਫਿਰ ਹਰ ਮਿਲਣੇ ਨੂੰ ਮਨ ਲੋਚਦਾ। ਉਦੋਂ ਫਿਰ ਮਨ 'ਚ ਇੱਕ ਲੋਚਾ ਪੈਦਾ ਹੋਈ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਸੁਣ ਕੇ। ਸਤ ਸੰਗਤ ਵਿੱਚ ਆ ਕੇ ਅਸੀਂ ਪ੍ਰਮਾਤਮਾ ਦੇ ਗੁਣ ਸੁਣ ਲਈ ਆਉਂਦੇ ਹਾਂ। ਜਿਉਂ-ਜਿਉਂ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਾਂਗੇ, ਕੀਰਤੀ ਸੁਣਾਂਗੇ, ਵਡਿਆਈਆਂ ਸੁਣਾਂਗੇ, ਸਾਡੇ ਅੰਦਰ ਅਜਿਹੇ ਪ੍ਰਮਾਤਮਾ ਨੂੰ ਮਿਲਣ ਲਈ ਚਾਹ ਪੈਦਾ ਹੋਏਗਾ, ਪਿਆਰ ਪੈਦਾ ਹੋਏਗਾ। ਤੇ ਜਿੱਥੇ ਪਿਆਰ ਆ ਗਿਆ ਉੱਥੇ ਪ੍ਰਮਾਤਮਾ ਆ ਜਾਂਦਾ ਹੈ। ਹੁਣ ਜਿਹੜਾ ਗੁਰੂ ਕੋਲ ਰਹਿ ਕੇ ਸਤ ਸੰਗਤ ਦਾ ਆਨੰਦ ਨਹੀਂ ਮਾਣ ਸਕਿਆ ਭਾਈ, ਉਹ ਤੇ ਸਮਝੋ ਨਾ ਸਤਿਗੁਰੂ ਜੀ ਦਾ ਤੇ ਕਹਿਣ ਤੋਂ ਭਾਵ ਸੀ ਹੰਕਾਰ 'ਚ ਸੜੀ ਜਾ, ਨਾ ਜਾ ਸੜ ਕੇ ਮਰ ਜਾ ਤੂੰ। ਇਹ ਗੁਰੂ ਕੀ ਰਮਜ ਨਾ ਸਮਝ ਸਕਿਆ, ਜਾਂ ਤੇ ਗੁਰੂ ਦੀ ਗੱਲ ਨੂੰ ਸਮਝ ਲੈਂਦਾ, ਲੇਕਿਨ ਗੁਰੂ ਕੇ ਬਚਨ ਵੀ ਨਾ ਮੰਨ ਸਕਿਆ। ਜੇ ਮੰਨ ਲੈਂਦਾ ਤਾਂ ਵੀ ਇਹਦਾ ਕੋਈ ਪਾਰ ਉਤਾਰਾ ਹੋ ਜਾਂਦਾ। ਲਾਲਚੀ ਸੀ, ਅੰਦਰੋਂ ਭ੍ਰਿਸ਼ਟ ਸੀ, ਧਨ ਦੌਲਤ ਫੜਿਆ ਗਿਆ, ਔਰ ਫੜਨ ਤੋਂ ਬਾਅਦ ਇਹਨੂੰ ਫਾਹੇ ਲਾ ਦਿੱਤਾ ਗਿਆ। ਮਰ ਤਾਂ ਇਹ ਵੀ ਗਿਆ, ਪਰ ਇਹ ਮਰਿਆ ਮਨਮੁਖ ਹੋ ਕੇ, ਬੇਮੁਖ ਹੋ ਕੇ। ਮਰ ਚੋਰ ਵੀ ਗਿਆ। ਚੋਰ ਜਿਹੜਾ ਹੈ ਗੁਰੂ ਦੇ ਬਚਨਾਂ ਤੋਂ ਕੁਰਬਾਨ ਹੋ ਗਿਆ, ਉਹ ਮਾਰ ਕੁੱਟ ਤੋਂ ਬਚ ਗਿਆ, ਜਲੀਲ ਹੋਣ ਤੋਂ ਬਚ ਗਿਆ, ਸਗੋਂ ਦਾ ਜੀਵਨ ਜਿਹੜਾ ਸੀ ਲੇਖੇ ਲੱਗ ਗਿਆ। ਗੁਰੂ ਬਚਨ ਬਰਜੇ ਪ੍ਰਤੀਤ, ਤਿਸੈ ਮਿਲੈ ਉਚੋ ਪਦ ਨੀਤ। ਜਿਹਨੂੰ ਗੁਰੂ ਦੇ ਬਚਨਾਂ ਤੇ ਪ੍ਰਤੀਤ ਹੁੰਦੀ ਹੈ ਭਾਈ, ਉਹਨੂੰ ਉੱਚੀ ਪਦਵੀ ਮਿਲਦੀ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਕੀਰਤੀ ਕਰਦੇ ਆ। ਭੱਟਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਪ੍ਰਤੀਤ ਹੀ ਆਈ ਜਿਨ ਜਨ ਕੋ ਤਿਨ ਕੋ ਪਦਵੀ ਉੱਚ ਪਈ। ਜਿਨ੍ਹਾਂ ਦੇ ਮਨ ਵਿੱਚ ਗੁਰੂ ਕੇ ਬਚਨਾਂ ਤੇ ਪ੍ਰਤੀਤ ਆ ਜਾਂਦੀ ਹੈ ਨਾ, ਉਹਨੂੰ ਉੱਚਾ ਰੁਤਬਾ ਮਿਲਦਾ ਹੈ। ਜੇ ਪ੍ਰਤੀਤ ਨਹੀਂ ਹੈ, ਜੇ ਪ੍ਰੀਤ ਨਹੀਂ ਹੈ, ਤੇ ਬੰਦਾ ਜਿੰਨਾ ਮਰਜੀ ਮੁਖ ਤੋਂ ਗਾਈ ਜਾਏ, ਰੋਈ ਜਾਏ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਕਥਾ ਹੁੰਦੀ ਹੈ। ਅਨੰਦਪੁਰ ਸਾਹਿਬ ਜੀ ਵਿੱਚ ਸਤਿਗੁਰੂ ਜੀ ਬੈਠੇ ਸਨ, ਦੂਰੋਂ ਦਰਾਡੋਂ ਸੰਗਤਾਂ ਹੁੰਦੀਆਂ ਸਨ। ਇੱਕ ਦਿਨ ਸਤਿਗੁਰੂ ਜੀ ਸਮੇਂ-ਸਮੇਂ ਤੇ ਨਾ ਪਰਖਦੇ ਰਹਿੰਦੇ ਸਨ ਸਿੱਖਾਂ ਨੂੰ। ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਗੁਰਤਾ ਗੱਦੀ ਤੇ ਬੈਠਣ ਦਾ ਅਰਥ ਕੋ ਮੱਥੇ ਟਿਕਾਉਣ ਤੋਂ ਨਹੀਂ ਹੈ। ਗੁਰਤਾ ਗੱਦੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸਤਿਗੁਰੂ ਦੀ ਸਿੱਖ ਸਮਾਜ ਦੇ ਪ੍ਰਤੀ ਕਿੰਨੀ ਵੱਡੀ ਜ਼ਿੰਮੇਵਾਰੀ ਕਿ ਜਲੋੜ ਪਈ ਤੇ ਉਹਨਾਂ ਪਰਿਵਾਰ ਵੀ ਕੁਰਬਾਨ ਕਰ ਦਿੱਤਾ। ਇਨ ਪੁੱਤਰਨ ਕੇ ਸੀਸ ਪੇ ਵਾਰ ਦਿਓ ਸੁਤ ਚਾਰ। ਇਹਨੂੰ ਕਿਹਾ ਜਾਂਦਾ ਆਗੂ, ਇਹਨੂੰ ਕਿਹਾ ਜਾਂਦਾ ਲੀਡਰ। ਇਹ ਨਹੀਂ ਕਿ ਲੋਕਾਂ ਤੇ ਵਿਪਤਾ ਆਈ ਤੇ ਆਗੂ ਏਸੀ ਰੂਮ 'ਚ ਹੀ ਵੜ ਜੇ ਕਿ ਜਿਵੇਂ ਮਿਲ ਹੀ ਨਹੀਂ ਸਕਦਾ ਤੁਹਾਨੂੰ। ਉਹ ਆਗੂ ਨਹੀਂ ਹੁੰਦੇ, ਉਹ ਤਾਂ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਹੁੰਦੇ ਨੇ। ਕਲਗੀਧਰ ਪਾਤਸ਼ਾਹ ਜੀ ਦੀਆਂ ਜੰਗਾਂ ਦੇਖੋ, ਹਰ ਜੰਗ ਸਤਿਗੁਰੂ ਜੀ ਮੋਹਰੇ ਨੇ, ਉਹਨਾਂ ਦਾ ਪਰਿਵਾਰ ਮੋਹਰੇ ਹੈ, ਪਰਿਵਾਰ ਕੁਰਬਾਨ ਕਰਤਾ। ਸਤਿਗੁਰੂ ਜੀ ਪਰਖਦੇ ਰਹਿੰਦੇ ਸਨ, ਇਹ ਜਿਹੜੇ ਆਉਂਦੀ ਹੈ ਭੀੜ, ਇਹਨਾਂ 'ਚ ਕਿੰਨੇ ਕੁ ਨੇ ਜਿਹੜੇ ਗੁਰੂ ਤੋਂ ਕੁਰਬਾਨ ਹੋਣ ਵਾਲੇ ਨੇ। ਸਤਿਗੁਰੂ ਜੀ ਨੇ ਹੁਕਮ ਕੀਤੇ ਦੇ ਜਿੰਨੀ ਸੰਗਤ ਆਈ ਹੈ ਨਾ, ਜਿੰਨਾ ਚਿਰ ਅਸੀਂ ਅਗਲਾ ਹੁਕਮ ਨਾ ਕਰੀਏ, ਇੱਥੋਂ ਵਾਪਸ ਕਿਸੇ ਨੇ ਨਹੀਂ ਜਾਣਾ। ਇੱਥੇ ਰਹੋ। 1 ਦਿਨ 2 ਦਿਨ 3 ਦਿਨ 4 ਦਿਨ ਲੰਘੇ ਤੇ ਕੁਝ ਬਹੁਤੇ ਸਿਆਣੇ ਸਨ ਮੇਰੇ ਵਰਗੇ ਕਹਿਣ ਲੱਗੇ, ਗੁਰੂ ਸਾਹਿਬ ਨੇ ਸਾਨੂੰ ਰੋਕ ਤੇ ਲਿਆ, ਇਹਨਾਂ ਦੇ ਤੇ ਕੰਮ ਚੱਲੀ ਜਾਂਦੇ ਆ, ਸੰਗਤਾਂ ਪੈਸਾ ਦੇਈ ਜਾਂਦੀਆਂ, ਸਾਡੀਆਂ ਤੇ ਦੁਕਾਨਾਂ ਬੰਦ ਨੇ, ਸਾਡੇ ਤੇ ਕਾਰੋਬਾਰ ਠੱਪ ਹੋ ਗਏ ਨੇ, ਸਾਡੇ ਬਿਜ਼ਨਸ ਰੁਕ ਜਾਣਗੇ। ਜ਼ਿਮੀਂਦਾਰ ਕਹਿੰਦੇ ਸਾਡੀ ਫਸਲ ਸੁੱਕ ਜਾਏਗੀ, ਮਾਲ ਡੰਗਰ ਭੁੱਖਾ ਮਰ ਜਾਏਗਾ, ਕਿੱਦਾਂ ਚੱਲੇਗਾ। ਸਹਿਜੇ ਸਹਿਜੇ ਉਹ ਚਲਾਕੀਆਂ ਪ੍ਰਗਟ ਹੋਣੀਆਂ ਸ਼ੁਰੂ ਹੋ ਗਈਆਂ। ਤੇ ਜਿਹੜੇ ਬੜੇ ਸਿਆਣੇ ਸਨ ਨਾ, ਚੌਧਰੀ ਹੁੰਦੇ ਨੇ ਬੜੇ ਸਿਆਣੇ, ਉਹਨੇ ਇੱਕ ਮਤਾ ਬਣਾਇਆ ਕਿ ਨਿਕਲ ਨਹੀਂ ਆ, ਨਿਕਲ ਚੱਲਦੀ, ਕਿਹੜੀ ਔਖੀ ਗੱਲ ਹੈ।
ਉਹਨੇ ਇੱਕ ਬੰਦੇ ਨੂੰ ਪਾ ਲਿਆ ਮੰਜੇ ਦੇ ਉੱਤੇ, ਚਿੱਟੀ ਪਾ ਲਈ ਚਾਦਰ, 4 ਜਾਣਿਆਂ ਨੇ ਚੁੱਕ ਲਿਆ, ਕੁਝ ਰੋਣ ਲੱਗ ਪਏ, ਕੋਈ ਗਲ 'ਚ ਢੋਲਕੀ ਪਾਈ, ਸ਼ਬਦ ਗਾਉਣ ਲੱਗ ਪਏ, ਸੇਵਕ ਕੀ ਓੜ ਕਿਨੇ ਵੀ ਪ੍ਰੀਤ। ਇਸੇ ਹੀ ਸਮੇਂ ਨੂੰ ਸਤਿਗੁਰੂ ਜੀ ਉਡੀਕ ਰਹੇ ਸਨ। ਜਦੋਂ ਆਵਾਜ਼ ਸੁਣੀ ਨਾ ਸਤਿਗੁਰੂ ਜੀ ਕਹਿੰਦੇ ਭਾਈ ਦਇਆ ਸਿੰਘ ਜੀ ਉਹ ਇਕੱਠ ਕਿੱਧਰ ਜਾ ਰਿਹਾ, ਰੌਲਾ ਰੱਪਾ ਜਿਹਾ, ਰੋਣ ਦੀ ਆਵਾਜ਼ ਆ ਰਹੀ ਹੈ, ਪਤਾ ਤਾਂ ਕਰੋ। ਪਤਾ ਕੀਤਾ, ਕਹਿੰਦੇ ਮਹਾਰਾਜ ਇੱਕ ਸਿੱਖ ਚੜ੍ਹਾਈ ਕਰ ਗਿਆ ਹੈ ਤੇ ਉਹਦੇ ਸਾਥੀ ਉਹਨੂੰ ਆਪਣੇ ਪਿੰਡ ਲੈ ਕੇ ਚੱਲੇ। ਸਤਿਗੁਰੂ ਜੀ ਕਹਿੰਦੇ ਬੜੀ ਹੈਰਾਨੀ ਦੀ ਗੱਲ ਹੈ, ਸਾਡੇ ਕੋਲ ਰਹਿ ਕੇ ਸਿੱਖ ਚੜ੍ਹਾਈ ਕਰ ਜੇ ਸਾਨੂੰ ਪਤਾ ਹੀ ਨਾ ਲੱਗੇ ਤੇ ਫਿਰ ਸਾਨੂੰ ਦੱਸਿਆ ਹੀ ਨਹੀਂ। ਬੁਲਾਓ, ਇੰਨਾ ਪਿਆਰਾ ਸਾਡਾ ਸਿੱਖ, ਉਹਦਾ ਤੇ ਆਪਣੇ ਹੱਥੀਂ ਸੰਸਕਾਰ ਕਰਾਂਗੇ ਅਸੀਂ, ਬੁਲਾਓ ਉਹਨੂੰ ਤੁਸੀਂ। ਸਤਿਗੁਰੂ ਜੀ ਜਾਣਦੇ ਸਨ ਇਹ ਕੀ ਅਡੰਬਰ ਹੈ। ਬੁਲਾਇਆ ਗਿਆ, ਸਤਿਗੁਰੂ ਜੀ ਨੇ ਸਿੱਖਿਆ ਤਿਆਰ ਕਰਨ ਦੀ ਗੱਲ ਕਰ ਦਿੱਤੀ। ਉਹ ਜਿਹੜਾ ਪਿਆ ਸੀ ਨਾ ਲੈ ਕੇ ਚਾਦਰ ਨਕਲੀ ਜਿਹਾ, ਉਹਨੇ ਦੇਖਿਆ ਵੀ ਹੁਣ ਤੇ ਬਚਨ ਦਾ ਸਾਧੂ ਨੂੰ ਛਾਲ ਮਾਰ ਕੇ ਭੱਜ ਉੱਠਿਆ। ਉਹ ਜਿਹੜੇ ਗਾਉਣ ਵਾਲੇ ਗਾਈ ਜਾ ਰਹੇ ਬੜੇ ਜ਼ੋਰ ਦੀ, ਕਿਤੇ ਸਤਿਗੁਰੂ ਜੀ ਨੂੰ ਸ਼ੱਕ ਨਾ ਹੋ ਜਾਏ। ਸੇਵਕ ਕੀ ਓੜ ਕਹਿੰਦੇ ਵੀ ਪ੍ਰੀਤ। ਸਤਿਗੁਰੂ ਜੀ ਕਹਿੰਦੇ ਆ ਪ੍ਰੀਤ ਤੇ ਤੁਹਾਡੀ ਪ੍ਰਗਟ ਹੋ ਹੀ ਗਈ ਹੈ, ਸੇਵਕ ਦੀ ਕਿਹੋ ਜੀ ਹੈ। ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਆ ਜਿਹੜੇ ਗਾਉਣ ਵਾਲੇ ਸੀ ਬੜਾ ਜ਼ੋਰ ਲਾ ਕੇ ਗਾ ਰਹੇ ਸੀ, ਬੜੇ ਪਿਆਰ ਨਾਲ ਗੁਰਬਾਣੀ ਗਾ ਰਹੇ ਸੀ, ਇਹਨਾਂ ਦਾ ਤੇ ਪਾਰ ਉਤਾਰਾ ਹੋ ਹੀ ਜਾਏਗਾ ਨਾ, ਕਿੰਨੇ ਪਿਆਰ ਨਾਲ ਗਾ ਰਹੇ ਸੀ। ਰੋਣ ਵਾਲੇ ਵੀ ਬੜਾ ਰੋ ਰਹੇ ਸੀ, ਇਹਨਾਂ ਨੂੰ ਕੀ ਮਿਲੇਗਾ। ਸਤਿਗੁਰੂ ਜੀ ਕਹਿੰਦੇ ਜੇ ਰੋਂਦਿਆਂ ਹੀ ਗੱਲ ਬਣਦੀ ਹੋਏ ਨਾ, ਰੋਂਦਿਆਂ ਹੀ ਗੁਰੂ ਰੀਝਦਾ ਹੋਏ, ਰੱਬ ਰੀਝਦਾ ਹੋਏ। ਪਿੰਡ 'ਚ ਇੱਕ ਪ੍ਰਾਣੀ ਚੜ੍ਹਾਈ ਕਰਦੇ, ਕਿੰਨੀਆਂ ਬੀਬੀਆਂ ਰੋਂਦੀਆਂ ਨੇ, ਉਹ ਤੇ ਫਿਰ ਸਾਰੀਆਂ ਮੁਕਤ ਹੋ ਜਾਣ। ਜੇ ਗਾਉਂਦਿਆਂ ਗੱਲ ਬਣਦੀ ਹੋਏ ਤੇ ਮਨੁੱਖ ਨਾਲੋਂ ਜ਼ਿਆਦਾ ਵਧੀਆ ਗਲੇ ਨਾਲ ਕੋਇਲ ਗਾਉਂਦੀ ਹੈ। ਬੜੇ ਸੋਹਣੇ ਪੰਛੀ ਨੇ, ਮਿੱਠੇ ਮਿੱਠੇ ਗਲੇ ਵਾਲੇ, ਜਿਨ੍ਹਾਂ ਨੂੰ ਸੁਣ ਲਈ ਅਸੀਂ ਬੜੇ ਤਰਸਦੇ ਹਾਂ, ਉਹ ਮੁਕਤ ਹੋਣੇ ਚਾਹੀਦੇ ਨੇ। ਜੇ ਜੰਗਲ 'ਚ ਫਿਰਿਆਂ ਗੱਲ ਬਣਦੀ ਹੈ ਨਾ, ਤੇ ਜੰਗਲ ਦੇ ਮਿਰਗ ਜਿਹੜੇ ਤੁਰੇ ਫਿਰਦੇ ਨੇ, ਮੋਨੀ ਰਿਆਂ ਗੱਲ ਬਣਦੀ ਤੇ ਦਰਖਤ ਮੋਨੀ ਨੇ, ਉਹਨਾਂ ਦਾ ਪਾਰ ਉਤਾਰਾ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਨਾ ਗਾਉਂਦਿਆਂ ਗੱਲ ਬਣਨੀ ਹੈ, ਨਾ ਰੋਂਦਿਆਂ ਗੱਲ ਬਣਨੀ, ਗੱਲ ਤੇ ਬਣਨੀ ਹੈ ਪ੍ਰਤੀਤ ਕਰਕੇ, ਜਿਹਦੇ ਮਨ 'ਚ ਪ੍ਰਤੀਤ ਹੈ। ਗੁਰੂ ਰਾਮਦਾਸ ਜੀ ਨੇ ਕਿਹਾ ਸੀ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਭੀਜੈ ਰਾਮ ਰਾਜੇ। ਜਿਨਾ ਅੰਤਰ ਕਵਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕਿਛ ਜਾਣਦਾ ਸੇ ਰੋਗਾ ਦੀਜੇ। ਉਹ ਪਰਮਾਤਮਾ ਸਾਡੇ ਦਿਲਾਂ ਦੀ ਬਿਰਤੀ ਨੂੰ ਜਾਣਦਾ ਹੈ। ਗੱਲ ਰੋਇਆਂ ਵੀ ਨਹੀਂ ਬਣਨੀ, ਕੋਈ ਪਿਆਰ 'ਚ ਰੋਏ ਮੁਬਾਰਕ ਹੈ, ਪਿਆਰ 'ਚ ਗਾਏ ਮੁਬਾਰਕ ਹੈ। ਪਰ ਜੇਕਰ ਕਹੀਏ ਕਿ ਕੇਵਲ ਗਾਇਆ ਰੋਇਆਂ ਗੱਲ ਬਣ ਜਾਏਗੀ, ਸਤਿਗੁਰੂ ਜੀ ਕਹਿੰਦੇ ਨਹੀਂ। ਇਸੇ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਜਿਨ੍ਹਾਂ ਨੇ ਭਾਈ ਪ੍ਰਤੀਤ ਲਿਆਂਦੀ ਹੈ ਪਦਵੀ, ਤੇ ਉਹਨਾਂ ਨੂੰ ਉੱਚੀ ਪੈਨ ਮਿਲਦੀ ਹੈ। ਤਜੈ ਬਾਗ ਦਰ ਲੋਭ ਵਿਸਾਲਾ, ਪਾਵੇ ਨਰਕ ਤੁਰਤ ਹੋਏ ਕਾਲਾ। ਪਰ ਜਿਹੜਾ ਗੁਰੂ ਦੇ ਬਚਨਾਂ ਤੇ ਪ੍ਰਤੀਤ ਨਾ ਲਿਆਏ, ਕੇਵਲ ਲੋਭ ਵਾਲੀ ਬਿਰਤੀ 'ਚ ਹੀ ਰਹੇ। ਦੇਖੋ ਐਸ ਜ਼ਿੰਦਗੀ ਤੋਂ ਬਾਅਦ ਕੀ ਬਣਨਾ ਇਹ ਤੇ ਵਾਹਿਗੁਰੂ ਜੀ ਜਾਣਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਅਟਲ ਨਿਰਣੈ ਹੈ ਕਿ ਨਾਨਕ ਇਹ ਬਿਨ ਜਾਪੇ ਕਿੱਥੇ ਜਾਏ ਸਮਾਏ। ਪਤਾ ਨਹੀਂ ਜੀਵ ਕਿੱਥੇ ਚਲਿਆ ਜਾਂਦੇ। ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇੱਕ ਦਜੇ ਇੱਕ ਦਬੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਏ, ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਇਹ ਬਿਨ ਜਾਪੇ ਕਿੱਥੇ ਜਾਏ ਸਮਾਏ। ਕੋਈ ਸਰੀਰ ਨੂੰ ਸਾੜ ਦਿੰਦਾ ਹੈ, ਕੋਈ ਦੱਬ ਦਿੰਦਾ ਹੈ, ਕੋਈ ਪਾਣੀ ਚ ਰੋੜ ਦਿੰਦਾ ਹੈ, ਕੋਈ ਸਰੀਰ ਇਹ ਦਰੋਦਾਂ ਪਏ ਰਹਿੰਦੇ ਨੇ, ਸਰੀਰ ਤੇ ਸੰਭਾਲੇ ਜਾਂਦੇ ਨੇ, ਪਰ ਨਾਨਕ ਇਹ ਬਿਨ ਜਾਪੀ ਕਿੱਥੇ ਜਾਏ ਸਮਾਏ। ਪਤਾ ਨਹੀਂ ਜੀਵ ਕਿੱਥੇ ਚਲਿਆ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਹੈ। ਲੇਕਿਨ ਐਸ ਜ਼ਿੰਦਗੀ ਤੋਂ ਬਾਅਦ ਕੀ ਹੋਣਾ ਹੈ ਤੇ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਜਾਣਦੇ ਨੇ, ਕਿਉਂਕਿ ਜਿਹੜੇ ਗਏ ਉਹਨਾਂ ਨੇ ਤੇ ਆ ਕੇ ਦੱਸਿਆ ਨਹੀਂ ਕੀ ਹੋਇਆ। ਅਸੀਂ ਉਹਨਾਂ ਕੋਲ ਗਏ ਨਹੀਂ, ਜੇ ਗਏ ਤੇ ਅਸੀਂ ਵੀ ਨਹੀਂ ਮੁੜ ਕੇ ਆਉਣਾ। ਇਸ ਕਰਕੇ ਅੱਗੇ ਕੀ ਹੁੰਦਾ ਹੈ ਪਰਮਾਤਮਾ ਜਾਣਦਾ। ਪਰ ਨਰਕ ਕੀ ਹੈ? ਜੇ ਸਾਡੇ ਅੰਦਰ ਲੋਭ ਹੈ, ਜੇ ਸਾਡੇ ਅੰਦਰ ਹੰਕਾਰ ਹੈ, ਚਿੰਤਾ ਹੈ, ਕ੍ਰੋਧ ਹੈ, ਤੇ ਹੁਣ ਇਹ ਨਰਕ ਭੋਗ ਰਿਹਾ ਆਪਾਂ। ਅਗਲਾ ਨਰਕ ਕੋਈ ਜ਼ਿਆਦਾ ਡਰਾਉਣਾ ਤਾਂ ਨਹੀਂ ਹੈ। ਅਸੀਂ ਕਹਿੰਦੇ ਨਰਕਾਂ ਦੀ ਅੱਗ ਸਾੜਿਆ ਜਾਏਗਾ। ਸਾਡੇ ਅੰਦਰ ਤੇ ਹੁਣ 5 ਤਰ੍ਹਾਂ ਦੀ ਅੱਗ ਬਲ ਰਹੀ ਹੈ, ਤੇ ਅਗਲੀ ਅੱਗ ਕੋਈ ਡਰਾਉਣੀ ਹੈ? ਸਾਡੇ ਅੰਦਰ ਕ੍ਰੋਧ ਦੀ ਅੱਗ ਹੈ, ਚਿੰਤਾ ਦੀ ਅੱਗ ਹੈ, ਸਾਡੇ ਅੰਦਰ ਹੰਕਾਰ ਦੀ ਅੱਗ ਹੈ, ਈਰਖਾ ਦੀ ਅੱਗ ਹੈ। ਇਸ ਕਰਕੇ ਜਿਹਦੇ ਅੰਦਰ ਲੋਭ ਹੈ, ਸਤਿਗੁਰੂ ਜੀ ਕਹਿੰਦੇ ਤੇ ਨਰਕਾਂ ਦਾ ਵਾਸੀ ਹੋਣਾ ਹੀ ਹੈ। ਭਾਈ ਆਪਾਂ ਗੁਰੂ ਦੇ ਬਚਨਾਂ ਤੇ ਪ੍ਰਤੀਤ ਲਿਆਈਏ। ਜਦੋਂ ਵੀ ਗੁਰੂ ਕੋਲ ਆਈਏ ਯਤਨ ਕਰੀਏ ਇਕਾਗਰ ਚਿਤ ਹੋ ਕੇ ਗੁਰੂ ਕੇ ਬਚਨ ਸੁਣੀਏ। ਜਦੋਂ ਗੁਰੂ ਘਰ ਚਾਹੀਏ, ਜੇ ਆਪਾਂ ਗੁਰੂ ਕੀ ਸੰਗਤ 'ਚ ਬੈਠੇ ਹਾਂ ਬਹੁਤ ਵਡਭਾਗੀ ਹਾਂ। ਕਈ ਵਾਰੀ ਆਪਾਂ ਸਰੀਰਕ ਤੌਰ ਤੇ ਨਹੀਂ ਬੈਠਦੇ, ਸੇਵਾ ਨੂੰ ਵੀ ਜੀ ਕਰਦਾ ਹੈ, ਸੇਵਾ ਕਰੀਏ ਪਰ ਸੁਰਤ ਗੁਰੂ ਨਾਲ ਜੁੜੀ ਹੋਏ। ਸੇਵਾ ਕੋ ਟਾਈਮ ਪਾਸ ਲਈ ਨਹੀਂ ਕਿ ਉੱਥੇ 5-7 ਬੈਠ ਕੇ ਗੱਲਾਂ ਕਰ ਲਈਆਂ, ਉੱਥੇ ਕਰ ਲਈਆਂ, ਤੇ ਬਈ ਟਾਈਮ ਪਾਸ ਕਰਨ ਵਾਲੀ ਗੱਲ ਹੈ। ਸੇਵਾ ਕਰਦਿਆਂ ਵੀ ਸਾਡੀ ਸੁਰਤ ਜਿਹੜੀ ਹੈ ਉਹ ਗੁਰੂ ਕੀ ਬਾਣੀ ਨਾਲ ਜੁੜੀ ਰਹਿ ਗਈ, ਤੇ ਸਾਡੀ ਸੇਵਾ ਕੀਤੀ ਸਫਲ ਹੋ ਜਾਏਗੀ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ,
ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਮਲ ਭੰਨੈ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੈ। ਜਦੋਂ ਆਪਾਂ ਗੁਰੂ ਦੇ ਦਰ ਤੇ ਸਾਡੀ ਸੇਵਾ ਪ੍ਰਵਾਨ ਹੋ ਗਈ, ਸੇਵਾ ਕਰਨੀ ਹੈ, ਸੇਵਾ ਵੱਡ ਭਾਗੀਆਂ ਨੂੰ ਮਿਲਦੀ ਹੈ, ਜਿਹੜੀ ਵੀ ਮਿਲੇ ਉਦੋਂ ਜੁੜਨਾ ਗੁਰੂ ਨਾਲ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀਓ। ਸਤਿਗੁਰ ਜੀ ਸਾਰਿਆਂ ਨੂੰ ਹੀ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਣ। ਪਿਆਰ ਅਦਬ ਸਹਿਤ ਸਾਰੇ ਹੀ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।